ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਜਿਓਪੋਲਿਟਿਕਸ, ਲੇਖਕ ਨਵਨੀਤ ਚਤੁਰਵੇਦੀ। ਅਧਿਆਇ 7ਵਾਂ। ਪ੍ਰਸ਼ਾਂਤ ਕਿਸ਼ੋਰ ਨਹੀਂ ਤਾਂ ਫਿਰ ਕੌਣ ਸਨ ਅਸਲੀ ਚਣਕਿਆ। ਪੰਜਵੇਂ ਪਾਠ ਵਿੱਚ ਇੱਕ ਥਾਂ ਦੱਸਿਆ ਸੀ ਕਿ ਭਾਜਪਾ ਨੇ ਜਿਹੜੇ ਆਪਣੇ ਚੋਣ ਖਰਚੇ ਆਮਦਨੀ ਦੀ ਰਿਪੋਰਟ ਚੋਣ ਆਯੋਗ ਨੂੰ ਸੌਂਪੀ ਸੀ, ਉਸ ਵਿੱਚ ਕੁਝ ਨਾਂ ਦੱਸੇ ਸਨ। ਮੈਡੀਸਨ ਐਡਵਰਟਾਈਜ਼ਿੰਗ, WPP, ਓਗਿਲਵੀ ਮਥੇਰ, ਜਿਨ੍ਹਾਂ ਦੇ ਨਾਂ ਭਾਰੀ ਰਕਮ ਰਿਲੀਜ਼ ਹੋਈ ਸੀ। ਪਹਿਲੀ ਵਾਰ ਦੇਖਣ 'ਤੇ ਤੁਸੀਂ ਦੇਖੋਗੇ ਤਾਂ ਇਹ ਕੰਪਨੀਆਂ ਆਮ ਨਜ਼ਰ ਆਉਣਗੀਆਂ ਜੋ PR, ਬ੍ਰਾਂਡਿੰਗ, ਮਾਰਕੀਟਿੰਗ, ਐਡਵਰਟਾਈਜ਼ਿੰਗ ਵਗੈਰਾ ਦਾ ਕੰਮ ਕਰਦੀਆਂ ਹਨ, ਜਿਨ੍ਹਾਂ ਦੇ ਆਫਿਸ ਦਿੱਲੀ, ਮੁੰਬਈ ਵਗੈਰਾ ਵਿੱਚ ਨਜ਼ਰ ਆ ਜਾਣਗੇ। ਥੋੜ੍ਹਾ ਹੋਰ ਗੂਗਲ ਸਰਚ ਕਰੋਗੇ ਜਾਂ ਇਹਨਾਂ ਦੀ ਵੈੱਬਸਾਈਟ 'ਤੇ ਜਾ ਕੇ ਦੇਖੋਗੇ ਤਾਂ ਇਹਨਾਂ ਕੰਪਨੀਆਂ ਦਾ ਮੁੱਖ ਦਫ਼ਤਰ ਤੁਹਾਨੂੰ ਅਮਰੀਕਾ, ਇੰਗਲੈਂਡ ਵਗੈਰਾ ਦਿਖੇਗਾ। ਹੁਣ ਤੁਹਾਡਾ ਸਵਾਲ ਹੋਵੇਗਾ ਕਿ ਇਸ ਵਿੱਚ ਕੀ ਅਜੀਬ ਹੈ। ਇਸ ਦੇ ਲਈ ਆਪਾਂ ਚਲੋ ਇੱਕ ਵਾਰ ਫਿਰ ਪਿੱਛੇ ਝਾਤ ਮਾਰਦੇ ਹਾਂ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਇੰਨਾ ਕੁ ਤੁਸੀਂ ਪੜ੍ਹਿਆ ਹੋਵੇਗਾ ਕਿ ਅਮਰੀਕਾ ਅਤੇ ਇੰਗਲੈਂਡ, ਇਹ ਦੋ ਦੇਸ਼ ਇੱਕ ਪਾਸੇ ਮਿੱਤਰ ਦੇਸ਼ਾਂ ਵਾਂਗ ਸਨ ਅਤੇ ਇਹਨਾਂ ਦੀ ਲੜਾਈ ਹੋਰ ਯੂਰਪੀਅਨ ਦੇਸ਼ਾਂ, ਖਾਸ ਤੌਰ 'ਤੇ ਜਰਮਨੀ ਅਤੇ ਜਾਪਾਨ ਨਾਲ ਹੋ ਰਹੀ ਸੀ। ਪੂਰੀ ਦੁਨੀਆ ਦੋ ਵੱਡੇ ਧੜਿਆਂ ਵਿੱਚ ਵੰਡੀ ਹੋਈ ਸੀ। ਦੂਜਾ ਵਿਸ਼ਵ ਯੁੱਧ 1939 ਤੋਂ 1945 ਤੱਕ ਚੱਲਿਆ ਸੀ। ਅੱਜ ਜਿਵੇਂ ਆਪਾਂ ਦੇਖਦੇ ਹਾਂ ਕਿ ਲੋਕਤੰਤਰ ਦੇ ਬਾਵਜੂਦ ਬ੍ਰਿਟਿਸ਼ ਰਾਜ ਪਰਿਵਾਰ ਦੇ ਪ੍ਰਿੰਸ ਉੱਥੋਂ ਦੀ ਫੌਜ ਵਿੱਚ ਨੌਕਰੀ ਜ਼ਰੂਰ ਕਰਦੇ ਹਨ, ਜੋ ਉਹਨਾਂ ਦਾ ਖਾਨਦਾਨੀ ਰਿਵਾਜ ਹੈ। ਇਹ ਸੈਂਕੜੇ ਸਾਲਾਂ ਤੋਂ ਇੱਥੋਂ ਦੀ ਪਰੰਪਰਾ ਬਣੀ ਹੋਈ ਹੈ। ਜਦੋਂ ਬ੍ਰਿਟਿਸ਼ ਸਾਮਰਾਜ ਦੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਉਹਨਾਂ ਦੇ ਹੀ ਗੁਲਾਮ ਮੁਲਕ ਦੇਸ਼ ਸਨ, ਉਦੋਂ ਤੋਂ ਹੀ ਰਾਜ ਪਰਿਵਾਰ ਨਾਲ ਜੁੜੇ ਪ੍ਰਿੰਸ ਅਤੇ ਹੋਰ ਰਿਸ਼ਤੇਦਾਰ ਸ਼ਾਹੀ ਪਰਿਵਾਰ ਦੇ ਲੋਕ ਬ੍ਰਿਟਿਸ਼ ਫੌਜ ਦਾ ਹਿੱਸਾ ਹੁੰਦੇ ਸਨ। ਜਾਂ ਇਹ ਕਹਿ ਲਿਆ ਜਾਵੇ ਕਿ ਰਾਜ ਕਿਵੇਂ ਕੀਤਾ ਜਾਂਦਾ ਹੈ, ਛਲ ਕਪਟ, ਧੋਖਾ ਫਰੇਬ, ਕਿਵੇਂ ਵੀ, ਇਹਨਾਂ ਦਾ ਮਕਸਦ ਸਿਰਫ ਜੰਗ ਜਿੱਤਣਾ ਹੀ ਹੁੰਦਾ ਹੈ। ਦੂਜੇ ਵਿਸ਼ਵ ਯੁੱਧ ਦੇ ਵਕਤ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਇੱਕ ਸੀਕ੍ਰੇਟ ਵਾਰ ਯੂਨਿਟ ਬਣਾਈ ਸੀ, ਜਿਸ ਦਾ ਕੰਮ ਸੀ ਸਾਈਕੋਲੋਜੀਕਲ ਵਾਰ ਨਾਲ ਜੰਗ ਜਿੱਤਣ ਵਿੱਚ ਮਦਦ ਕਰਨਾ। ਬ੍ਰਿਟਿਸ਼ ਅਤੇ ਅਮਰੀਕਨ ਫੌਜ ਨੇ ਮਿਲ ਕੇ ਇਹ ਇੱਕ ਪੂਰੀ ਯੂਨਿਟ ਬਣਾਈ ਸੀ। ਉਹਨਾਂ ਦਿਨਾਂ 'ਚ ਸਿਰਫ ਰੇਡੀਓ, ਅਖਬਾਰ, ਪੈਂਫਲਟ, ਪੋਸਟਰ ਆਦਿ ਹੀ ਸਾਧਨ ਹੁੰਦੇ ਸਨ ਅਤੇ ਇਹਨਾਂ ਹੀ ਸੀਮਿਤ ਸਾਧਨਾਂ ਨਾਲ ਇਹ ਯੂਨਿਟ ਦੁਸ਼ਮਣ ਦੇ ਏਰੀਏ ਵਿੱਚ ਕਈ ਤਰ੍ਹਾਂ ਦੇ ਫੇਕ ਨਿਊਜ਼, ਪ੍ਰੋਪੇਗੰਡਾ ਚਲਾ ਕੇ ਦੁਸ਼ਮਣ ਦਾ ਮਨੋਬਲ, ਉਤਸ਼ਾਹ ਢਹਿ ਢੇਰੀ ਕਰ ਦਿੰਦੇ ਸਨ। ਅਤੇ ਕਈ ਵਾਰ ਅਜਿਹਾ ਵੀ ਹੋਇਆ ਕਿ ਕਈ ਛੋਟੇ-ਮੋਟੇ ਮੋਰਚੇ ਇਹਨਾਂ ਨੇ ਬਿਨਾਂ ਗੋਲੀ ਚਲਾਏ ਹੀ ਜਿੱਤ ਲਏ ਸਨ। ਦੂਜੇ ਵਿਸ਼ਵ ਯੁੱਧ ਦੇ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਇਸ ਯੂਨਿਟ ਨੂੰ ਭੰਗ ਕਰ ਦਿੱਤਾ ਸੀ ਅਤੇ ਇਸ ਯੂਨਿਟ ਦੇ ਕਰਤਾ ਧਰਤਾ, ਜੋ ਤਤਕਾਲੀਨ ਬ੍ਰਿਟਿਸ਼ ਆਰਮੀ ਦੇ ਅਫਸਰ ਅਤੇ ਮਹਾਰਾਣੀ ਇੰਗਲੈਂਡ ਦੇ ਕਰੀਬੀ ਰਿਸ਼ਤੇਦਾਰ ਸਨ, ਇਹਨਾਂ ਨੇ ਇਸ ਯੂਨਿਟ ਨੂੰ ਹੁਣ ਪੋਲੀਟੀਕਲ ਸਟ੍ਰੈਟਜੀ, ਕੰਪਨੀ, PR, ਬ੍ਰਾਂਡਿੰਗ, ਲੌਬਿੰਗ ਫਰਮ ਆਦਿ ਵਿੱਚ ਬਦਲ ਦਿੱਤਾ ਅਤੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਫੈਲ ਗਏ, ਖਾਸ ਤੌਰ 'ਤੇ ਉਹਨਾਂ ਹਿੱਸਿਆਂ ਵਿੱਚ ਜਿੱਥੇ ਪਹਿਲਾਂ ਕਦੇ ਬ੍ਰਿਟਿਸ਼ ਸ਼ਾਸਨ ਰਿਹਾ ਸੀ। ਹੁਣ ਤੱਕ ਇਹ ਕੰਪਨੀਆਂ ਸਫਲਤਾਪੂਰਵਕ ਕਈ ਦੇਸ਼ਾਂ ਵਿੱਚ ਚੋਣਾਂ ਦੀ ਕਮਾਨ ਸੰਭਾਲ ਚੁੱਕੀਆਂ ਹਨ। ਇਹ ਕੰਪਨੀਆਂ ਉਹਨਾਂ ਦੇਸ਼ਾਂ ਵਿੱਚ ਕਿਸੇ ਇੱਕ ਰਾਜਨੀਤਿਕ ਦਲ ਨਾਲ ਡੀਲ ਕਰਕੇ ਉਸ ਦੇ ਲਈ ਚੋਣਾਂ ਦੀ ਪ੍ਰਚਾਰ ਰਾਜਨੀਤੀ ਵਗੈਰਾ ਬਣਾਉਂਦੀਆਂ ਹਨ, ਬਿਲਕੁਲ ਉਸੇ ਪੱਧਰ 'ਤੇ ਜਿਵੇਂ ਕੋਈ ਜੰਗ ਲੜੀ ਜਾ ਰਹੀ ਹੋਵੇ। ਦੂਜੇ ਵਿਸ਼ਵ ਯੁੱਧ ਦੇ ਇਹਨਾਂ ਦਿਨਾਂ ਵਿੱਚ ਸਿਰਫ ਰੇਡੀਓ, ਅਖਬਾਰ, ਪੈਂਫਲੇਟ ਹੀ ਸਨ, ਜਦੋਂ ਕਿ ਅੱਜ ਦੀ ਤਾਰੀਖ ਵਿੱਚ ਤਾਂ ਹਰ ਤਰ੍ਹਾਂ ਦਾ ਸਾਧਨ ਉਪਲਬਧ ਹੈ। ਇੰਟਰਨੈਟ, ਸੋਸ਼ਲ ਮੀਡੀਆ, TV ਵਗੈਰਾ। ਤੁਸੀਂ ਸਮਝ ਗਏ ਹੋਵੋਗੇ ਕਿ ਮੇਰਾ ਇਸ਼ਾਰਾ ਕਿੱਧਰ ਹੈ। ਭਾਜਪਾ ਨੂੰ ਵੇਖੋ ਕਿਵੇਂ ਅੰਨ੍ਹੇਵਾਹ ਪ੍ਰਚਾਰ,
ਮਾਰਕੀਟਿੰਗ ਹੁੰਦੀ ਹੈ। ਇੱਥੇ ਪ੍ਰਧਾਨ ਮੰਤਰੀ ਤੋਂ ਲੈ ਕੇ ਛੋਟਾ ਵੱਡਾ ਨੇਤਾ ਹਰ ਵੇਲੇ ਚੋਣ ਪ੍ਰਚਾਰ ਮੋਡ 'ਤੇ ਹੀ ਹੁੰਦਾ ਹੈ। ਇਹ ਰਾਜਨੀਤੀ ਉਹਨਾਂ ਵਿਦੇਸ਼ੀ ਕੰਪਨੀਆਂ ਦੀ ਹੀ ਬਣਾਈ ਹੁੰਦੀ ਹੈ ਜਿਨ੍ਹਾਂ ਦਾ ਇਤਿਹਾਸ ਮੈਂ ਦੂਜੇ ਵਿਸ਼ਵ ਯੁੱਧ ਵਿੱਚੋਂ ਚੁੱਕਿਆ ਹੈ। ਇਸ ਛੋਟੀ ਜਿਹੀ ਭੂਮਿਕਾ ਨਾਲ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਕਿਵੇਂ ਇੱਕ ਬਹੁਤ ਵੱਡੀ ਜਨਸੰਖਿਆ ਨਾਰਮਲ ਬੰਦੇ ਤੋਂ ਅੰਧ ਭਗਤ ਬਣ ਗਈ। ਕੋਈ ਸੌਖਾ ਕੰਮ ਨਹੀਂ ਸੀ, ਪਰ ਉਹਨਾਂ ਏਜੰਸੀਆਂ ਲਈ ਤਾਂ ਇਹ ਖੱਬੇ ਹੱਥ ਦਾ ਕੰਮ ਸੀ। ਜਦੋਂ ਉਹ ਦੂਜਾ ਵਿਸ਼ਵ ਯੁੱਧ ਬਿਨਾਂ ਟੀਵੀ, ਇੰਟਰਨੈੱਟ, ਸੋਸ਼ਲ ਮੀਡੀਆ ਦੇ ਆਪਣੇ ਅਫਵਾਹਾਂ ਦੇ ਪ੍ਰਾਪੇਗੰਡੇ ਨਾਲ ਜਿੱਤ ਸਕਦੇ ਸਨ, ਤਾਂ ਹੁਣ ਤਾਂ ਸੰਚਾਰ ਦਾ ਹਰ ਸਾਧਨ ਉਪਲਬਧ ਹੈ। ਵਿਦੇਸ਼ੀ ਖੁਫੀਆ ਏਜੰਸੀਆਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਕੰਪਨੀਆਂ ਨੂੰ ਸਾਈਕੋਲੋਜੀਕਲ ਵਾਰ ਤਕਨੀਕ ਵਿੱਚ ਮੁਹਾਰਤ ਹਾਸਲ ਹੈ, ਉਹ ਇੱਕ ਯੋਜਨਾਬੱਧ ਤਰੀਕੇ ਨਾਲ ਇੱਕ ਖਬਰ, ਅਫਵਾਹ ਜਾਂ ਪ੍ਰਾਪੇਗੰਡਾ ਲਿਆਉਂਦੇ ਹਨ ਅਤੇ ਉਹਨਾਂ ਦੇ ਇਸ ਮਨੋਵਿਗਿਆਨ ਵਿੱਚ ਅਸੀਂ ਸਾਰੇ ਇਕੱਠੇ ਵਹਿ ਰਹੇ ਹੁੰਦੇ ਹਾਂ। ਅਸੀਂ ਉਸੇ ਵਿਸ਼ੇ 'ਤੇ ਗੱਲ ਕਰਨਾ, ਪੋਸਟ, ਟਵੀਟ, ਸ਼ੇਅਰ, ਕਮੈਂਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤਾਜ਼ਾ ਉਦਾਹਰਨ ਦੇਖਣ ਲਈ ਪਹਿਲਾ ਕੇਸ ਜੂਨ 2020 ਦੇ ਪਹਿਲੇ ਹਫ਼ਤੇ 'ਚ ਕੇਰਲ ਵਿੱਚ ਇੱਕ ਹਥਨੀ ਦੀ ਮੌਤ ਵਾਲੀ ਘਟਨਾ ਨੂੰ ਹੀ ਲੈ ਲਓ। ਹਥਨੀ ਨਾਲ ਨਾਜਾਇਜ਼ ਹਰਕਤ ਹੋਈ, ਜੁਰਮ ਹੋਇਆ, ਸਾਰਿਆਂ ਨੂੰ ਉਸ ਦਾ ਦੁੱਖ ਹੈ, ਪਰ ਇੱਥੇ ਇਸ ਪ੍ਰਾਪੇਗੰਡੇ ਨੂੰ ਸਮਝੋ। ਪੂਰਾ ਰਾਈਟ ਵਿੰਗ ਭਾਜਪਾ ਸਮਰਥਕ ਕਰੋਨਾ ਕਾਲ ਵਿੱਚ ਚੁੱਪ ਰਹੇ, ਮਜ਼ਦੂਰਾਂ ਦੀ ਦੁਰਦਸ਼ਾ 'ਤੇ ਚੁੱਪ ਰਹੇ, ਮਜ਼ਦੂਰ ਟ੍ਰੇਨ ਵਿੱਚ 80 ਇਨਸਾਨਾਂ ਦੀ ਮੌਤ 'ਤੇ ਚੁੱਪ ਰਹੇ, ਤੇ ਜੇਕਰ ਕੋਈ ਪ੍ਰਤੀਕਿਰਿਆ ਦਿੱਤੀ ਵੀ ਤਾਂ ਬਹੁਤ ਹੌਲੀ ਸੁਰ ਤੱਕ, ਤਾਂ ਕਿ ਰੱਬ ਬੁਰਾ ਨਾ ਮੰਨ ਜਾਵੇ। ਅੱਜ ਉਹੀ ਗਿਰੋਹ ਸਭ ਤੋਂ ਜ਼ਿਆਦਾ ਹਥਨੀ ਦੇ ਮਰਨ 'ਤੇ ਹਾਏ ਤੌਬਾ ਮਚਾ ਰਿਹਾ ਹੈ, ਕਿਉਂਕਿ ਇਹ ਇਹਨਾਂ ਦੀ ਰਾਜਨੀਤੀ ਨੂੰ ਭਾਉਂਦਾ ਹੈ। ਕੇਰਲ ਵਿੱਚ ਭਾਜਪਾ ਕਈ ਦਹਾਕਿਆਂ ਤੋਂ ਰਾਜਨੀਤਿਕ ਜ਼ਮੀਨ ਲੱਭ ਰਹੀ ਹੈ ਅਤੇ ਸੰਯੋਗ ਨਾਲ ਹੁਣ ਤਾਂ ਵਾਇਨਾਡ ਨਾਲ ਰਾਹੁਲ ਗਾਂਧੀ ਦਾ ਨਾਂ ਵੀ ਜੁੜਿਆ ਹੋਇਆ ਹੈ। ਇਹ ਪੂਰਾ ਗਿਰੋਹ ਲਾਕਡਾਊਨ ਦੇ ਦੌਰਾਨ ਸੜਕ 'ਤੇ ਘੁੰਮਣ ਵਾਲੀਆਂ ਗਊਆਂ, ਕੁੱਤਿਆਂ, ਬਾਂਦਰਾਂ ਦੇ ਬਾਰੇ ਬੇਫਿਕਰ ਸੀ। ਕਿਸੇ ਨੇ ਨਹੀਂ ਸੋਚਿਆ ਹੋਵੇਗਾ ਇਹ ਸਭ ਜਾਨਵਰ ਕਿੱਥੋਂ ਖਾਣਗੇ। ਭਾਜਪਾ ਸ਼ਾਸਿਤ ਰਾਜਾਂ ਵਿੱਚ ਗਊਸ਼ਾਲਾਵਾਂ ਵਿੱਚ ਗਊਆਂ ਦੀ ਬੁਰੀ ਹਾਲਤ ਜੱਗ ਜ਼ਾਹਿਰ ਹੈ, ਪਰ ਅੱਜ ਇਹਨਾਂ ਸਾਰਿਆਂ ਦਾ ਹਥਨੀ 'ਤੇ ਤਰਸ ਡੁੱਲ ਕੇ ਪੈ ਰਿਹਾ ਹੈ। ਇਹੀ ਇਹਨਾਂ ਦਾ ਪ੍ਰਾਪੇਗੰਡਾ ਹੈ। ਉੱਧਰ ਇਹਨਾਂ ਦੇ ਟੀਵੀ ਚੈਨਲ ਇਸ ਪ੍ਰਾਪੇਗੰਡੇ ਨੂੰ ਵੇਚਣ ਲਈ ਤਿਆਰ ਹਨ। ਸਾਰਿਆਂ ਕੋਲ ਇੱਕੋ ਸਵਾਲ ਹੈ ਕਿ ਵਾਇਨਾਡ ਤੋਂ ਰਾਹੁਲ ਗਾਂਧੀ ਸਾਂਸਦ ਹੈ, ਉਸਨੇ ਕਿਉਂ ਕੁਝ ਨਹੀਂ ਕੀਤਾ। ਜਨਤਾ ਨੂੰ ਸਰਕਾਰ ਤੋਂ ਕਰੋਨਾ 'ਤੇ ਜਵਾਬ ਚਾਹੀਦਾ ਹੈ, ਰੋਜ਼ਗਾਰ, ਅਰਥ ਵਿਵਸਥਾ 'ਤੇ ਜਵਾਬ ਚਾਹੀਦਾ ਹੈ, ਪਰ ਇਹ ਹਥਨੀ 'ਤੇ ਰੌਲਾ ਪਾਉਣਗੇ ਤੇ ਬਹਿਸ ਕਰਨਗੇ ਤੇ ਇੱਕ ਰਾਜਨੀਤੀ ਦੇ ਤਹਿਤ ਸਾਰੇ ਦੇਸ਼ ਨੂੰ ਉਸ ਹਥਨੀ ਵਿੱਚ ਉਲਝਾ ਦਿੰਦੇ ਹਨ। ਬਾਕੀ ਸਭ ਮੁੱਦੇ ਇੱਕ ਪਾਸੇ ਕਰ ਦੇਣਗੇ। ਹੁਣ ਭਾਵੇਂ ਤੁਸੀਂ ਹਥਨੀ ਦੇ ਪੱਖ 'ਚ ਕੁਝ ਲਿਖੋ ਜਾਂ ਵਿਰੋਧ ਵਿੱਚ, ਪਰ ਉਹਨਾਂ ਨੇ ਆਪਣੇ ਦਿਮਾਗ ਨੂੰ ਹੈਕ ਕਰ ਲਿਆ ਹੈ ਅਤੇ ਸਾਰਾ ਪ੍ਰਚਾਰ ਤੰਤਰ ਹਥਨੀ 'ਤੇ ਆ ਜਾਂਦਾ ਹੈ। ਦੂਸਰਾ ਉਦਾਹਰਨ ਦੇਖੋ, ਪੂਰੀ ਸੰਘੀ ਗਿਰੋਹ ਟਿਕਟੌਕ ਦੇ ਪਿੱਛੇ ਪਿਆ ਹੈ ਕਿ ਇਹ ਅਨਇੰਸਟਾਲ ਕਰ ਦਿਓ। ਕਾਰਨ ਇਹ ਨਹੀਂ ਹੈ ਕਿ ਚੀਨ ਨਾਲ ਲੜਨਾ ਹੈ, ਕਾਰਨ ਇਹ ਹੈ ਕਿ YouTube ਨੂੰ ਟਿਕਟੌਕ ਤਕੜੀ ਟੱਕਰ ਦੇ ਰਿਹਾ ਹੈ। YouTube ਗੂਗਲ ਦਾ ਪ੍ਰੋਡਕਟ ਹੈ ਅਤੇ ਗੂਗਲ ਅਮਰੀਕਾ ਦਾ ਹੈ। ਆਉਣ ਵਾਲੇ ਕਿਸੇ ਪਾਠ 'ਚ ਦੱਸਾਂਗਾ ਕਿ ਕਿਵੇਂ ਗੂਗਲ ਨੇ ਆਪਣੀ ਤਕਨੀਕ ਤਤਕਾਲੀਨ CM ਨਰਿੰਦਰ ਮੋਦੀ ਜੀ ਨੂੰ ਉਹਨਾਂ ਏਜੰਸੀਆਂ ਦੇ ਕਹਿਣ 'ਤੇ ਦਿੱਤੀ, ਜਿਸ ਦੇ ਕਾਰਨ ਉਹ ਅੰਨ੍ਹੇਵਾਹ ਚੋਣ ਪ੍ਰਚਾਰ ਅਤੇ ਪ੍ਰਾਪੇਗੰਡਾ ਕਰ ਸਕੇ। ਅਗਲੇ ਸਫ਼ਿਆਂ ਵਿੱਚ ਦੱਸਾਂਗਾ ਕਿ ਕਿਵੇਂ ਗੂਗਲ ਅਤੇ ਫੇਸਬੁੱਕ ਨੇ ਇੱਕ ਵਾਰ ਰੂਮ ਬਣਾਇਆ ਸੀ, ਖਾਸ ਤੌਰ 'ਤੇ 2014 ਦੀਆਂ ਚੋਣਾਂ ਲਈ। ਹੁਣ YouTube ਨੂੰ ਟੱਕਰ ਦੇ ਰਿਹਾ ਹੈ ਟਿਕਟੌਕ। ਅਮਰੀਕਾ ਨੂੰ ਪਸੰਦ ਨਹੀਂ ਹੈ ਆਪਣੇ ਏਕਾਧਿਕਾਰ ਵਾਲੇ ਮਾਮਲੇ 'ਚ ਕਿਸੇ ਵਪਾਰੀ ਦਾ ਪ੍ਰਵੇਸ਼ ਹੋਣਾ, ਅਤੇ ਚੀਨ ਵੈਸੇ ਵੀ ਅਮਰੀਕਾ ਦੀਆਂ ਅੱਖਾਂ 'ਚ ਰੜਕਦਾ ਹੈ। ਇਸ ਲਈ ਸਾਰੀਆਂ ਨੇ ਚੀਨ ਐਪਸ ਕਰਕੇ ਖਾਸ ਟਿਕਟੌਕ ਨੂੰ ਡਿਲੀਟ ਕਰਨ ਲਈ ਮੁਹਿੰਮ ਛੇੜੀ ਹੋਈ ਹੈ, ਕਿਉਂਕਿ ਇਹ YouTube ਦਾ ਧੰਦਾ ਖਰਾਬ ਕਰ ਰਿਹਾ ਹੈ।
ਅਗਲੇ ਕਿਸੇ ਪਾਠ ਵਿੱਚ ਦੱਸਾਂਗਾ ਕਿ ਇਹਨਾਂ ਦਾ ਇਹ ਸੀਕ੍ਰੇਟ ਯੂਨਿਟ ਜੋ ਅਫਵਾਹਾਂ ਫੈਲਾਉਂਦਾ ਹੈ ਉਸ ਦੀ ਕਮਾਂਡ ਖੁਦ ਇਹਨਾਂ ਕੋਲ ਵੀ ਨਹੀਂ ਹੈ। ਤੁਸੀਂ ਇਹ ਨਾ ਸਮਝੋ ਕਿ ਸਾਰਾ ਕੁਝ ਅਮਿਤ ਮਾਲਵੀਆ ਭਾਜਪਾ ਦਾ IT ਸੈੱਲ ਹੈੱਡ ਹੀ ਤਾਂ ਚਲਾਉਂਦਾ ਹੈ। ਨਹੀਂ, ਉਸ ਦਾ ਰੋਲ ਸਿਰਫ ਅੱਗੇ ਆਪਣੇ IT ਸੈੱਲ ਦੇ ਮਜ਼ਦੂਰਾਂ ਤੋਂ ਪ੍ਰਾਪੇਗੰਡਾ ਫੈਲਾਉਣਾ ਹੈ। ਇਹ ਸਭ ਯੋਜਨਾ ਰਾਜਨੀਤੀ ਕੋਈ ਹੋਰ ਯੂਨਿਟ ਤਿਆਰ ਕਰਦੀ ਹੈ। ਦੂਜੇ ਪਾਸੇ ਕਾਂਗਰਸ ਦਾ IT ਸੈੱਲ ਪੂਰੀ ਤਰ੍ਹਾਂ ਜੁਗਾੜ ਹੈ, ਉਹ ਵੀ ਦੇਸੀ ਅਤੇ ਧੱਕਾ ਸਟਾਰਟ ਗੱਡੀ, ਜਿਸ ਕੋਲ ਇਹਨਾਂ ਦਾ ਸੰਗਠਿਤ ਤਕਨੀਕ ਨਾਲ ਜੁੜਨ ਲਈ ਕੋਈ ਬਹੁਤੇ ਸਾਧਨ ਨਹੀਂ ਹਨ। ਸਾਈਕੋਲੋਜੀਕਲ ਵਾਰ ਤਕਨੀਕ ਨਾਲ ਲੈਸ ਉਹਨਾਂ ਦੀਆਂ ਏਜੰਸੀਆਂ ਦਾ ਹੀ ਸਭ ਕਰਾਮਾਤ ਹੁੰਦੀ ਹੈ ਕਿ ਉਹ ਤੁਰੰਤ ਕੋਈ ਈਵੈਂਟ ਪ੍ਰੋਗਰਾਮ ਜਾਂ ਪ੍ਰਾਪੇਗੰਡੇ ਨਾਲ ਮਾਹੌਲ ਬਦਲਣ ਦੀ ਯੋਗਤਾ ਰੱਖਦੇ ਹਨ। ਇਹ ਤੱਥ ਨੂੰ ਮੈਂ ਇੱਕ ਹੋਰ ਉਦਾਹਰਨ ਨਾਲ ਦੱਸਣਾ ਚਾਹਾਂਗਾ। ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ 3 ਅਪ੍ਰੈਲ ਸਵੇਰੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਦੇਸ਼ ਵਾਸੀਆਂ ਨੂੰ ਨਾ ਇੱਕ ਸੰਬੋਧਨ ਰਿਕਾਰਡ ਕਰਕੇ ਦਿੱਤਾ ਸੀ, ਜਿਸ ਵਿੱਚ ਉਹਨਾਂ ਨੇ 5 ਅਪ੍ਰੈਲ ਰਾਤ 9 ਵਜੇ ਦੇਸ਼ ਵਾਸੀਆਂ ਨੂੰ ਦੀਵੇ ਮੋਮਬੱਤੀਆਂ ਜਗਾਉਣ ਦੀ ਬੇਨਤੀ ਕੀਤੀ ਸੀ। ਅਸੀਂ ਸਾਰਿਆਂ ਨੇ ਦੇਖਣਾ ਕਿ ਉਸ ਦਿਨ ਮੋਮਬੱਤੀਆਂ ਦੀਵਿਆਂ ਨਾਲ ਹਰ ਥਾਂ ਪਟਾਕੇ ਵੀ ਵਜਾਏ ਗਏ ਸਨ। ਸਵਾਲ ਇਹ ਉੱਠਦਾ ਹੈ ਕਿ ਲੋਕਡਾਊਨ ਦੇ ਬਾਵਜੂਦ ਇੰਨੇ ਵੱਡੇ ਪੱਧਰ 'ਤੇ ਹਰ ਸ਼ਹਿਰ ਵਿੱਚ ਪਟਾਕੇ ਇੰਨੀ ਵੱਡੀ ਤਾਦਾਦ ਵਿੱਚ ਆਏ ਕਿਵੇਂ? ਜ਼ਾਹਿਰ ਹੈ ਇਹ ਇੱਕ ਯੋਜਨਾਬੰਦ ਈਵੈਂਟ ਸੀ, ਅਤੇ ਜੇਕਰ ਈਵੈਂਟ ਯੋਜਨਾਬੰਦ ਹੈ ਤਾਂ ਇਸ ਭਾਸ਼ਣ ਦੇ ਸਕ੍ਰਿਪਟ ਲੇਖਕ ਵੀ ਉਹੀ ਵਿਦੇਸ਼ੀ ਏਜੰਸੀਆਂ ਵਾਲੇ ਹੀ ਹੋਣਗੇ। ਆਖਿਰ ਮੈਂ 2 ਵੱਖ-ਵੱਖ RTI ਦਾਖਲ ਕੀਤੀਆਂ। ਪਹਿਲੇ PMO ਵਿੱਚ ਲਗਾਏ ਹੋਏ ਇਹ ਪੁੱਛਿਆ ਕਿ ਉਸ ਭਾਸ਼ਣ ਦਾ ਲੇਖਕ ਕੌਣ ਸੀ ਅਤੇ ਇਸ ਸਪੀਚ PM ਨੂੰ ਕਦੋਂ ਸੌਂਪੀ ਗਈ ਸੀ, ਤੇ ਇਸ ਸਪੀਚ ਦੀ ਵੀਡੀਓ ਰਿਕਾਰਡਿੰਗ ਕਦੋਂ ਹੋਈ। 2 ਮਹੀਨੇ ਬਾਅਦ ਜਵਾਬ ਆਇਆ ਕਿ ਉਕਤ ਜਾਣਕਾਰੀ ਰੋਵਿੰਗ ਇਨਫੋਰਮੇਸ਼ਨ ਹੈ ਜੋ ਸੈਕਸ਼ਨ 2 ਆਫ RTI ਐਕਟ 2005 ਦੇ ਤਹਿਤ ਨਹੀਂ ਦਿੱਤੀ ਜਾ ਸਕਦੀ। PMO ਜਾਣਕਾਰੀ ਦੇਵੇਗਾ ਵੀ ਕਿੱਥੋਂ, ਕਿਉਂਕਿ ਫਲਾਨੀ ਤਾਰੀਖ ਇੰਨੇ ਵਜੇ ਇੰਨੇ ਮਿੰਟ 'ਤੇ ਦੀਵਾ ਮੋਮਬੱਤੀਆਂ ਜਗਾਉਣਾ ਹੈ। ਇਹ ਸਭ ਸਲਾਹ ਕੋਈ ਨੌਕਰਸ਼ਾਹ ਤਾਂ ਨਹੀਂ ਦੇ ਸਕਦਾ। ਆਖਿਰ ਇਹ ਪ੍ਰਾਪੇਗੰਡਾ ਵੀ ਉਹਨਾਂ ਏਜੰਸੀਆਂ ਦਾ ਕੀਤਾ ਧਰਿਆ ਸੀ ਜਿਨ੍ਹਾਂ ਦੀ ਸਕ੍ਰਿਪਟ ਮੁਤਾਬਿਕ ਪ੍ਰਧਾਨ ਮੰਤਰੀ ਜੀ ਨੇ ਵੀਡੀਓ ਸਪੀਚ ਦਿੱਤੀ ਸੀ। ਦੂਸਰੀ RTI ਦਾ ਜਵਾਬ ਹਾਲੇ ਤੱਕ ਗ੍ਰਹਿ ਮੰਤਰੀ ਵੱਲੋਂ ਨਹੀਂ ਮਿਲਿਆ ਹੈ ਕਿ ਉਸ ਦਿਨ ਪਟਾਕੇ ਕਿਵੇਂ ਅਤੇ ਕਿੱਥੋਂ ਸਾਰੀਆਂ ਥਾਵਾਂ 'ਤੇ ਮੁਹੱਈਆ ਹੋ ਗਏ, ਜਦੋਂ ਕਿ ਦਿੱਲੀ ਵਿੱਚ ਦੀਵਾਲੀ 'ਤੇ ਵੀ ਪਟਾਕੇ ਨਹੀਂ ਚੱਲੇ ਸਨ ਅਤੇ ਲਾਕਡਾਊਨ ਦੇ ਬਾਵਜੂਦ ਉਸ ਦਿਨ ਜ਼ੋਰਦਾਰ ਆਤਿਸ਼ਬਾਜ਼ੀ ਦੇਸ਼ ਦੇ ਹਰ ਸ਼ਹਿਰ ਵਿੱਚ ਹੋਈ। ਉਸ ਆਤਿਸ਼ਬਾਜ਼ੀ ਦਾ ਸਟਾਕ ਅਜਿਹਾ ਬਿਲਕੁਲ ਨਹੀਂ ਸੀ ਕਿ ਉਹਨਾਂ ਨੂੰ ਦੀਵਾਲੀ ਦੇ ਬਚੇ ਹੋਏ ਪਟਾਕੇ ਕਹਿ ਕੇ ਟਾਲ ਸਕੀਏ। ਇਸ RTI ਦਾ ਜਵਾਬ ਨਾ ਦੇਣਾ ਇਹ ਸਾਬਤ ਕਰਦਾ ਹੈ ਕਿ PM ਦੀ ਉਸ ਦਿਨ ਵਾਲੀ ਸਪੀਚ PMO ਦੇ ਕਿਸੇ ਅਧਿਕਾਰੀ ਨੇ ਨਹੀਂ ਲਿਖੀ ਹੈ। ਜੇਕਰ PMO ਨੇ ਇਸ ਤਰ੍ਹਾਂ ਦੀ ਕੋਈ ਸਪੀਚ ਲਿਖੀ ਹੁੰਦੀ ਤਾਂ ਉਹ ਜ਼ਰੂਰ ਕਹਿੰਦੇ ਕਿ ਸਾਡੇ ਵਿਭਾਗ ਨੇ ਲਿਖੀ ਹੈ। ਇਸੇ ਤਰ੍ਹਾਂ ਜਦੋਂ ਜਨਤਾ ਕਰਫਿਊ ਲਗਾਇਆ ਸੀ ਉਸ ਤੋਂ 3 ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ 22 ਮਾਰਚ ਸ਼ਾਮ 5 ਵਜੇ ਥਾਲੀ, ਘੰਟੀ, ਸ਼ੰਖ ਵਜਾਉਣਾ ਹੈ। ਇਹ ਸਭ ਉਹਨਾਂ ਏਜੰਸੀਆਂ ਦੀ ਟ੍ਰਿਕ ਸੀ। ਉਹਨਾਂ ਦਾ ਪੂਰਾ ਜ਼ਮੀਨੀ ਕੇਡਰ ਇਸ ਈਵੈਂਟ ਨੂੰ ਸਫਲ ਬਣਾਉਣ ਵਿੱਚ ਜੁਟਿਆ ਹੋਇਆ ਸੀ ਤਾਂ ਕਿ ਜਨਤਾ ਦੇ ਇੱਕ ਵਰਗ ਅਤੇ ਵਿਰੋਧੀਆਂ ਨੂੰ ਇਹ ਸੰਦੇਸ਼ ਮਿਲ ਜਾਏ ਕਿ ਅਸੀਂ ਬਹੁਤ ਵੱਡੇ ਲੋਕ ਨਾਇਕ ਹਾਂ ਤੇ ਸਾਡੀ ਇੱਕ ਅਪੀਲ ਨਾਲ ਜਨਤਾ ਸੜਕਾਂ 'ਤੇ ਉਤਰ ਆਉਂਦੀ ਹੈ। ਇਹ ਸਭ ਸਾਈਕੋਲੋਜੀਕਲ ਵਾਰ ਯੂਨਿਟ ਦੀ ਕਾਰਜਸ਼ੈਲੀ ਹੁੰਦੀ ਹੈ ਕਿ ਹਰ ਵੇਲੇ ਆਪਣੇ ਪੱਖ 'ਚ ਮਾਹੌਲ ਇੰਨਾ ਮਜ਼ਬੂਤ ਬਣਾ ਕੇ ਰੱਖੋ ਕਿ ਦੁਸ਼ਮਣ ਅਰਥਾਤ ਵਿਰੋਧੀ ਧਿਰ ਹਰ ਵੇਲੇ ਉਤਸ਼ਾਹਹੀਨ ਤੇ ਨੈਗੇਟਿਵ ਊਰਜਾ ਨਾਲ ਭਰਿਆ ਰਹੇ। ਹਰ ਇਲੈਕਸ਼ਨ ਦੇ ਵਕਤ ਜੋ ਥੋਕ ਤੇ ਭਾਅ ਇੱਧਰ ਉੱਧਰ ਦੇ ਨੇਤਾ ਭਾਜਪਾ ਦੀ ਮੈਂਬਰਸ਼ਿਪ ਲੈਂਦੇ ਹਨ
ਜਾਂ ਜਦੋਂ ਇਹ ਲੋਕ ਧਨ, ਤਾਕਤ ਤੇ ਦਮ ਦੇ ਵਿਧਾਇਕਾਂ ਦੀ ਖਰੀਦੋ ਫਰੋਖਤ ਕਰਦੇ ਹਨ। ਇਹਨਾਂ ਦਾ ਮਕਸਦ ਸਿਰਫ ਵਿਰੋਧੀ ਦਲ ਵਿੱਚ ਆਪਣਾ ਹਊਆ ਖੜਾ ਕਰਦੇ ਹੋਏ ਉਹਨਾਂ ਦੇ ਮਨ ਵਿੱਚ ਆਪਣਾ ਡਰ ਬਿਠਾਉਣਾ ਹੁੰਦਾ ਹੈ। ਇਸ ਦੀਆਂ ਸਭ ਤੋਂ ਵੱਡੀਆਂ ਉਦਾਹਰਨਾਂ ਤੁਸੀਂ ਦੇਖ ਸਕਦੇ ਹੋ। ਹੁਣੇ ਰਾਜ ਸਭਾ ਚੋਣਾਂ ਦੇ ਵਕਤ ਉਹਨਾਂ ਨੇ ਆਪਣੇ 2 ਕੈਂਡੀਡੇਟ ਖੜੇ ਕਰ ਦਿੱਤੇ, ਜਿਸ ਦਾ ਨਤੀਜਾ ਇਹ ਹੋਇਆ ਕਿ CMO ਅਸ਼ੋਕ ਗਹਿਲੋਤ ਨੂੰ ਨਾ ਚਾਹੁੰਦੇ ਹੋਏ ਵੀ ਆਪਣੇ ਵਿਧਾਇਕਾਂ ਦੀ ਤਾਲਾਬੰਦੀ ਕਰਨੀ ਪਈ। ਇਹ ਸਭ ਤਕਨੀਕ ਹੁੰਦੀ ਹੈ ਕਿ ਵਿਰੋਧੀ ਦਲ ਦੇ ਨੇਤਾਵਾਂ, ਕਾਰਕੁਨਾਂ ਤੋਂ ਲੈ ਕੇ ਆਮ ਜਨਤਾ ਤੱਕ ਇੱਕ ਸੰਦੇਸ਼ ਦੇਣਾ, ਅਤੇ ਭਾਜਪਾ ਇਹ ਸਭ ਬੜੀ ਆਸਾਨੀ ਨਾਲ ਏਜੰਸੀਆਂ ਦੀ ਮਦਦ ਨਾਲ ਕਰ ਰਹੀ ਹੈ। ਇੱਕ ਹੋਰ ਉਦਾਹਰਨ ਸਾਬਕਾ ਗ੍ਰਹਿ ਮੰਤਰੀ ਚਿਦੰਬਰਮ ਦੀ ਗ੍ਰਿਫਤਾਰੀ ਦਾ ਹੈ। ਜਾਣਬੁੱਝ ਕੇ ਹਾਈ ਪ੍ਰੋਫਾਈਲ ਡਰਾਮਾ ਖੜਾ ਕੀਤਾ ਗਿਆ ਤੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ CBI ਗੇਟ ਉੱਪਰੋਂ ਟੱਪ ਕੇ ਅੰਦਰ ਵੜੀ ਅਤੇ ਇੱਕ ਅਜੀਬ ਜਿਹੀ ਫਰਜ਼ੀ ਕੇਸ ਵਿੱਚ ਉਹਨਾਂ ਨੂੰ ਬਿਨਾਂ ਕਾਰਨ ਕਰੀਬ 3 ਮਹੀਨੇ ਜੇਲ੍ਹ ਵਿੱਚ ਰੱਖਿਆ। ਉਹ ਸਿਰਫ ਮਨੋਵਿਗਿਆਨਿਕ ਦਬਾਅ ਬਣਾਉਣ ਦੀ ਤਕਨੀਕ ਸੀ ਤਾਂ ਕਿ ਵਿਰੋਧੀ ਧਿਰ ਵੱਲੋਂ ਉੱਠਦੀ ਆਵਾਜ਼ ਬੰਦ ਹੋ ਜਾਵੇ। ਮੇਰਾ ਦਾਅਵਾ ਹੈ ਤੁਸੀਂ ਭਾਵੇਂ ਰਾਹੁਲ ਗਾਂਧੀ ਦਾ ਕੋਈ ਵੀ ਟਵੀਟ ਚੁੱਕ ਕੇ ਵੇਖ ਸਕਦੇ ਹੋ, ਜਿੱਥੇ ਉਹ ਮੋਦੀ ਦੇ ਦੱਬ ਕੇ ਹਮਲੇ ਬੋਲਦੇ ਹਨ, ਪਰ ਉਸ ਟਵੀਟ ਨੂੰ ਡਰ ਦੇ ਕਾਰਨ ਕਾਂਗਰਸ ਸ਼ਾਸਿਤ ਸੂਬੇ ਦਾ ਕੋਈ ਵੀ CM ਜਾਂ ਮੰਤਰੀ, ਵਿਧਾਇਕ ਜਾਂ ਫਿਰ ਹੋਰ ਕੋਈ ਸੰਸਦ ਰਿਟਵੀਟ ਤੱਕ ਨਹੀਂ ਕਰਦੇ। ਮੈਂ ਅਜਿਹੇ ਕਈ ਟਵੀਟ ਦੇਖ ਚੁੱਕਾ ਹਾਂ। ਇਸ ਮਾਨਸਿਕ ਦਬਾਅ ਅਤੇ ਡਰ ਦਾ ਵਿਰੋਧੀ ਧਿਰਾਂ ਦੇ ਨੇਤਾਵਾਂ ਦੇ ਮਨ ਵਿੱਚ ਇਸ ਤੋਂ ਵੱਡਾ ਉਦਾਹਰਣ ਹੋਰ ਕੀ ਹੋਵੇਗਾ। ਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਕਿ ਲੋਕ ਸਭਾ 2019 ਦੇ ਦੌਰਾਨ ਚੌਕੀਦਾਰ ਚੋਰ ਹੈ ਤੇ ਰਾਫੇਲ ਘੁਟਾਲੇ ਦਾ ਮਸਲਾ ਕਾਂਗਰਸ ਦੇ ਬਹੁਤ ਗਿਣੇ ਚੁਣੇ ਲੋਕ ਸਭਾ ਕੈਂਡੀਡੇਟਸ ਨੇ ਆਪਣੇ ਖੇਤਰ ਵਿੱਚ ਚੁੱਕਿਆ ਹੋਵੇਗਾ। ਬਾਕੀ ਕਿਸੇ ਨੇ ਇਸ ਨੂੰ ਮੁੱਦਾ ਬਣਾ ਕੇ ਆਮ ਜਨਤਾ ਵਿੱਚ ਜਾਣ ਦੀ ਲੋੜ ਨਹੀਂ ਸਮਝੀ। ਜਾਣੋ ਕੌਣ ਹਨ ਇਹ ਵਿਦੇਸ਼ੀ ਕੰਪਨੀਆਂ। ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਜੁੜੀਆਂ ਹੋਈਆਂ ਹਨ ਅਤੇ ਇਹਨਾਂ ਲੋਕਾਂ ਨੇ ਹੀ ਈਸਟ ਇੰਡੀਆ ਕੰਪਨੀ ਦਾ ਨਾਮ ਤੇ 100 ਸਾਲ ਅਤੇ ਉਸ ਤੋਂ ਬਾਅਦ ਬ੍ਰਿਟਿਸ਼ ਰਾਜ ਨੇ 200 ਸਾਲ ਰਾਜ ਵੀ ਕੀਤਾ ਹੈ। ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਸਾਈਕੋਲੋਜੀਕਲ ਵਾਰਫੇਅਰ ਯੂਨਿਟ, ਵਰਲਡ ਵਾਰ ਸੈਕੰਡ, ਬ੍ਰਿਟਿਸ਼ ਐਂਡ ਅਮਰੀਕਾ ਇਸ ਤਰ੍ਹਾਂ ਸਰਚ ਕਰੋਗੇ ਤਾਂ ਗੂਗਲ ਤੇ ਵਿਕੀਪੀਡੀਆ ਦੇ ਰਸਤੇ ਤੁਹਾਨੂੰ ਕੁਝ ਸਮਝ ਆਵੇਗਾ। ਇਸ ਯੂਨਿਟ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਭੰਗ ਕਰ ਦਿੱਤਾ ਗਿਆ ਸੀ ਅਤੇ 1950-55 ਦੇ ਦਹਾਕੇ 'ਚ ਜਦੋਂ ਜ਼ਿਆਦਾਤਰ ਦੇਸ਼ ਆਜ਼ਾਦ ਹੋ ਚੁੱਕੇ ਸਨ, ਇਹਨਾਂ ਨੇ ਆਪਣੇ ਪੈਰ ਉਹਨਾਂ ਦੇਸ਼ਾਂ ਵਿੱਚ ਫੇਰ ਪਸਾਰਨੇ ਸ਼ੁਰੂ ਕਰ ਦਿੱਤੇ। ਇਸ ਟਾਈਮ ਨਾਲ ਜੁੜੇ ਲੋਕਾਂ ਨੇ ਬ੍ਰਾਂਡਿੰਗ, ਐਡਵਰਟਾਈਜ਼ਿੰਗ, PR, ਲੌਬਿੰਗ, ਆਡਿਟਿੰਗ, ਅਕਾਊਂਟਿੰਗ, ਕੰਸਲਟਿੰਗ ਆਦਿ ਇਹਨਾਂ ਸਾਰਿਆਂ ਖੇਤਰਾਂ 'ਚ ਆਪਣੀਆਂ ਕਈ ਸਹਿਯੋਗੀ ਕੰਪਨੀਆਂ ਬਣਾਈਆਂ ਤੇ ਵਰਲਡ ਵਾਈਡ ਲੈਵਲ 'ਤੇ ਆਪਣਾ ਬਿਜ਼ਨਸ ਖੜਾ ਕਰ ਦਿੱਤਾ। ਇਹਨਾਂ ਵਿੱਚੋਂ ਕੁਝ ਕੰਪਨੀਆਂ ਇਹਨਾਂ ਦੇਸ਼ਾਂ ਵਿੱਚ ਚੋਣ ਪ੍ਰਚਾਰ ਦਾ ਕੰਮ ਕਰਦੀਆਂ ਹਨ ਤੇ ਕੁਝ ਹਰ ਤਰ੍ਹਾਂ ਦੀ ਲੌਬਿੰਗ ਦਾ ਕੰਮ ਕਰਦੀਆਂ ਹਨ, ਜਿਵੇਂ ਕਿ ਕਿਹੜਾ ਠੇਕਾ ਕਿਸ ਨੂੰ ਮਿਲੇਗਾ। ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਮੁਗਲ ਬਾਦਸ਼ਾਹ ਜਹਾਂਗੀਰ ਦੇ ਕੋਲੋਂ ਅੰਗਰੇਜ਼ਾਂ ਨੇ ਵਪਾਰ ਕਰਨ ਦੀ ਇਜਾਜ਼ਤ ਲੈ ਕੇ ਹੌਲੀ-ਹੌਲੀ ਆਪਣੇ ਪੈਰ ਰਾਜਨੀਤੀ ਤੌਰ 'ਤੇ ਫੈਲਾਉਣੇ ਸ਼ੁਰੂ ਕਰ ਦਿੱਤੇ ਸਨ। ਉਹਨਾਂ ਨੇ ਸਹੀ ਮੌਕੇ ਲਈ ਘੱਟੋ ਘੱਟ 150 ਸਾਲ ਤੋਂ ਵੀ ਜ਼ਿਆਦਾ ਇੰਤਜ਼ਾਰ ਕੀਤਾ ਅਤੇ 1757 ਪਲਾਸੀ ਦੀ ਲੜਾਈ ਤੋਂ ਬਾਅਦ ਇਸੇ ਈਸਟ ਇੰਡੀਆ ਕੰਪਨੀ ਨੇ ਆਪਣੇ ਪੈਰ ਇੱਥੇ ਪੱਕੇ ਤੌਰ 'ਤੇ ਜਮਾ ਲਏ ਅਤੇ 1857 ਵਿੱਚ ਬਹਾਦਰ ਸ਼ਾਹ ਜ਼ਫਰ ਕਿਵੇਂ ਬਾਹਰ ਕੱਢ ਕੇ ਸੁੱਟਿਆ, ਇਹ ਇਤਿਹਾਸ ਵਿੱਚ ਦਰਜ ਹੈ। ਮਜ਼ੇਦਾਰ ਤੱਥ ਇਹ ਹੈ ਕਿ ਈਸਟ ਇੰਡੀਆ ਕੰਪਨੀ ਨੂੰ ਉਸ ਵੇਲੇ ਪ੍ਰਮੋਟ ਕਰਨ ਵੇਲੇ ਇੰਗਲੈਂਡ ਰਾਜ ਪਰਿਵਾਰ ਦੇ ਹੀ ਨੇੜਲੇ ਰਿਸ਼ਤੇਦਾਰ ਸਨ ਅਤੇ ਉਹਨਾਂ ਦੀ ਹੀ ਵੰਸ਼ ਪਰੰਪਰਾ ਅੱਗੇ ਚੱਲਦੀ ਗਈ। ਅੱਜ ਮੈਂ ਜਿਹੜੀਆਂ ਕੰਪਨੀਆਂ ਦਾ ਜ਼ਿਕਰ ਕਰ ਰਿਹਾ ਹਾਂ, ਉਹਨਾਂ ਦੇ ਮਾਲਕ ਵੀ ਉਹੀ ਬ੍ਰਿਟਿਸ਼ ਸ਼ਾਹੀ ਪਰਿਵਾਰ ਵਿੱਚੋਂ ਹਨ। ਜਿਵੇਂ ਪਹਿਲਾਂ ਮੁੱਠੀ ਭਰ ਅੰਗਰੇਜ਼ ਸਾਡੇ
ਇੱਥੋਂ ਦੇ ਰਾਜਿਆਂ ਤੇ ਸੈਨਿਕਾਂ ਦੀ ਮਦਦ ਨਾਲ ਸਾਡੇ 'ਤੇ ਹੀ ਰਾਜ ਕਰਦੇ ਸਨ। ਉਸੇ ਤਰ੍ਹਾਂ ਅੱਜ ਵੀ ਇਹਨਾਂ ਵੱਡੀਆਂ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸਾਡੇ ਆਪਣੇ ਭਾਰਤੀ ਹੀ ਹਨ। ਬਸ ਉੱਪਰਲੀ ਮੈਨੇਜਮੈਂਟ ਉਹੀ ਹੈ। ਥੱਲੇ ਅਤੇ ਵਿਚਕਾਰਲੇ ਪੱਧਰ 'ਤੇ ਇਹਨਾਂ ਕੰਪਨੀਆਂ ਵਿੱਚ ਸਾਡੇ ਆਪਣੇ ਨੌਜਵਾਨ ਹੀ ਕੰਮ ਕਰ ਰਹੇ ਹਨ। ਇਹਨਾਂ ਵਿੱਚੋਂ ਕਿਸੇ ਨੌਜਵਾਨ ਨੂੰ ਪਤਾ ਤੱਕ ਨਹੀਂ ਹੈ ਕਿ ਜਿਹੜੀ ਕੰਪਨੀ 'ਚ ਉਹ ਨੌਕਰੀ ਕਰ ਰਿਹਾ ਹੈ ਉਸ ਦਾ ਇਤਿਹਾਸ ਕੀ ਹੈ। ਉਦਾਹਰਨ ਲਈ ਇੱਕ ਕੰਪਨੀ ਹੈ ਓਗਿਲਵੀ ਮਥੇਰ। ਇਸ ਦੇ ਮੁੰਬਈ ਤੇ ਦਿੱਲੀ ਵਿੱਚ ਦਫ਼ਤਰ ਹਨ। ਤੁਸੀਂ ਇਸ ਕੰਪਨੀ ਨੂੰ ਗੂਗਲ ਕਰੋਗੇ ਤਾਂ ਪਤਾ ਲੱਗੇਗਾ ਕਿ ਕੋਈ ਬ੍ਰਿਟਿਸ਼ ਮੂਲ ਦਾ ਨਾਗਰਿਕ ਹੈ ਜੋ ਕਈ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ, ਡੇਵਿਡ ਓਗਿਲਵੇ। ਇਹਨਾਂ ਨੂੰ ਐਡਵਰਟਾਈਜ਼ਿੰਗ ਅਤੇ PR ਫਰਮ 'ਚ ਬਹੁਤ ਤਜਰਬਾ ਸੀ, ਵਗੈਰਾ ਵਗੈਰਾ। ਸਾਰੀ ਸਲਤਨਤ ਉਹਨਾਂ ਦੀ ਹੀ ਹੈ। ਜੇਕਰ ਮੈਂ ਸਵਾਲ ਪੁੱਛਾਂ ਕਿ ਇਹ ਜਨਾਬ ਡੇਵਿਡ ਓਗਿਲਵੀ ਸੀ ਕੌਣ, ਜੇਕਰ ਤੁਸੀਂ ਗੂਗਲ ਕਰੋਗੇ, ਵਿਕੀਪੀਡੀਆ 'ਤੇ ਜਾਓਗੇ ਤਾਂ ਪਤਾ ਚੱਲੇਗਾ ਕਿ ਇਹ 11ਵੀਂ ਸਦੀ ਤੋਂ ਇੰਗਲੈਂਡ ਦੇ ਸ਼ਾਹੀ ਪਰਿਵਾਰ ਦਾ ਹਿੱਸਾ ਸਨ। ਰਾਜਾ ਜਾਰਜ ਪੰਚਮ ਦੀ ਪੋਤੀ ਦਾ ਵਿਆਹ ਡੇਵਿਡ ਓਗਿਲਵੀ ਦੇ ਸਕੇ ਭਰਾ ਨਾਲ ਹੋਇਆ ਹੈ। ਡੇਵਿਡ ਓਗਿਲਵੀ ਜੋ ਕਿ ਵਿਗਿਆਪਨ ਫਰਮ ਓਗਿਲਵੀ ਐਂਡ ਮਥੇਰ ਦਾ ਨਿਰਮਾਤਾ ਸੀ, ਉਹ ਲੰਡਨ ਰੋਹਡੇਸ਼ੀਆ Ltd ਕੰਪਨੀ ਵਿੱਚ ਟਿਨੀ ਰੋਲੈਂਡ ਦੇ ਸਰਪ੍ਰਸਤ ਅਤੇ ਭਾਈਵਾਲ ਐਕਸ ਓਗਿਲਵੀ ਦਾ ਚਚੇਰਾ ਭਰਾ ਸੀ ਅਤੇ ਇੱਕ ਬ੍ਰਿਟਿਸ਼ ਇੰਟੈਲੀਜੈਂਸ ਮਲਕੀਅਤ ਸੀ ਜੋ ਵਰਲਡ ਵਾਈਡ ਫੰਡ ਫਾਰ ਨੇਚਰ WWF ਦੇ ਨਾਲ ਮਿਲ ਕੇ ਅਫਰੀਕਾ ਵਿੱਚ ਕਈ ਘਰੇਲੂ ਜੰਗਾਂ ਦੀ ਸਾਜ਼ਿਸ਼ ਰਚਣ ਲਈ ਜ਼ਿੰਮੇਵਾਰ ਸੀ। ਐਗਸ ਓਗਿਲਵੀ ਦੀ ਪਤਨੀ ਰਾਜਕੁਮਾਰੀ ਅਲੈਗਜ਼ੈਂਡਰਾ ਮਹਾਰਾਣੀ ਦੀ ਚਚੇਰੀ ਭੈਣ ਹੈ। ਰਾਜਕੁਮਾਰੀ ਅਲੈਗਜ਼ੈਂਡਰਾ ਦੇ ਬਾਅਦ 'ਚ ਪ੍ਰਿੰਸ ਫਿਲਿਪ ਦੀ ਥਾਂ WWF ਐਂਡ UK ਦੀ ਪ੍ਰਧਾਨ ਵਜੋਂ ਅਹੁਦਾ ਸੰਭਿਆ। WWF ਦੇ ਸ਼ੁਰੂਆਤੀ ਸਟਾਫ 'ਚ ਕੁਝ ਮੈਂਬਰ ਓਗਿਲਵੀ ਐਂਡ ਮਥੇਰ ਤੋਂ ਲਏ ਗਏ ਸਨ। ਇਹ ਡੇਵਿਡ ਓਗਿਲਵੀ ਜਨਾਬ ਦੂਜੇ ਵਿਸ਼ਵ ਯੁੱਧ ਵਿੱਚ ਇੰਗਲੈਂਡ ਵੱਲੋਂ ਸਾਈਕੋਲੋਜੀਕਲ ਵਾਰ ਯੂਨਿਟ ਵਿੱਚ ਅਹਿਮ ਰੋਲ ਅਦਾ ਕਰ ਰਹੇ ਸਨ। ਇਹਨਾਂ ਨੂੰ ਅਮਰੀਕਾ ਵਿੱਚ ਬ੍ਰਿਟਿਸ਼ ਰਾਜਦੂਤ ਵਰਗੀ ਇੱਕ ਪਦਵੀ ਦੇ ਕੇ ਬਿਠਾਇਆ ਗਿਆ ਸੀ। ਅਕਬੀ ਬਾਰ ਮੋਦੀ ਸਰਕਾਰ, ਅੱਛੇ ਦਿਨ ਆਏਂਗੇ, ਬਹੁਤਾ ਹੁਆ ਮਹਿੰਗਾਈ ਕਾ ਵਾਰ, ਅਬ ਕੀ ਬਾਰ ਮੋਦੀ ਸਰਕਾਰ, ਇਸ ਤਰ੍ਹਾਂ ਦੇ ਨਾਅਰੇ ਓਗਿਲਵੀ ਐਂਡ ਮਥੇਰ ਫਰਮ ਨੇ ਹੀ ਤਿਆਰ ਕੀਤੇ ਸਨ। ਇਸ ਫਰਮ ਦੇ ਇੰਡੀਆ ਹੈੱਡ ਕੋਈ ਪਿਊਸ਼ ਪਾਂਡੇ ਸਾਹਿਬ ਹਨ। ਗੂਗਲ ਕਰ ਸਕਦੇ ਹੋ ਪਿਊਸ਼ ਪਾਂਡੇ ਮੋਦੀ ਐਡਵਰਟਾਈਜ਼ਿੰਗ ਕੰਪੇਨ, ਤੁਹਾਨੂੰ ਸਭ ਜਾਣਕਾਰੀ ਮਿਲੇਗੀ। ਡਿਜੀਟਲ ਪ੍ਰਚਾਰ ਅਤੇ ਇਲੈਕਸ਼ਨ ਵਾਰ ਰੂਮ। ਇਸ ਕੰਪਨੀ ਓਗਿਲਵੀ ਐਂਡ ਮਥੇਰ ਦੀ ਪੂਰੀ ਟੀਮ ਲਗਾਤਾਰ 3 ਮਹੀਨਿਆਂ ਤੱਕ 2014 ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਟਲ ਤਾਜ ਵਿਵੰਤਾ ਦਿੱਲੀ ਦੇ 2 ਲਗਜ਼ਰੀ ਸੂਈਟਸ ਤੋਂ ਚੱਲ ਰਿਹਾ ਸੀ। ਲਿਸਟ ਇੱਥੇ ਹੀ ਖਤਮ ਨਹੀਂ ਹੁੰਦੀ। ਇਹ ਸਿਰਫ ਇੱਕ ਕੰਪਨੀ ਨਹੀਂ, ਇਸ ਤਰ੍ਹਾਂ ਦੀਆਂ ਕੁਝ ਹੋਰ ਕੰਪਨੀਆਂ ਵੀ ਹਨ ਬ੍ਰਿਟਿਸ਼ ਮੂਲ ਦੀਆਂ। ਉਹਨਾਂ ਸਾਰੀਆਂ ਦੀ ਜੱਦੀ ਕੰਪਨੀ ਹੈ। ਜੇਕਰ ਇਸ WPP ਦਾ ਇਤਿਹਾਸ ਕੱਢਿਆ ਜਾਵੇ ਕਿ ਇਸ ਦਾ ਮਾਲਿਕ ਕੌਣ ਹੈ ਅਤੇ ਉਸ ਦਾ ਰਿਸ਼ਤਾ ਕਿੱਥੋਂ ਜੁੜਦਾ ਹੈ, ਥੋੜ੍ਹੀ ਕੋਸ਼ਿਸ਼ ਕਰੋਗੇ ਤਾਂ ਇਸ WPP ਗਰੁੱਪ ਵਿੱਚ ਜਿੰਨੇ ਬ੍ਰਾਂਡ ਤੁਹਾਨੂੰ ਨਜ਼ਰ ਆ ਰਹੇ ਹਨ ਜੋ ਭਾਰਤ ਵਿੱਚ ਕੰਮ ਕਰ ਰਹੇ ਹਨ ਅਤੇ ਮੋਦੀ ਸਰਕਾਰ ਨਾਲ ਕੀ ਰਿਸ਼ਤਾ ਹੈ, ਸਰਕਾਰ ਤੋਂ ਅੱਜ ਕਿਵੇਂ ਇਹਨਾਂ ਨੂੰ ਫਾਇਦਾ ਮਿਲ ਰਿਹਾ ਹੈ, ਬਦਲੇ ਵਿੱਚ ਇਹ ਕੰਪਨੀਆਂ ਕੀ ਸੇਵਾਵਾਂ ਦੇ ਰਹੀਆਂ ਹੋਣਗੀਆਂ, ਤਾਂ ਸਾਹਮਣੇ ਜੋ ਤਸਵੀਰ ਬਣ ਕੇ ਉੱਭਰਦੀ ਹੈ ਉਹ ਲੂੰ ਕੰਡੇ ਖੜੇ ਕਰ ਦਿੰਦੀ ਹੈ। WPP ਬ੍ਰਾਂਡ ਹੇਠ ਬਹੁਤ ਸਾਰੀਆਂ ਕੰਪਨੀਆਂ ਹਨ ਜੋ ਭਾਰਤ ਸਮੇਤ ਦੁਨੀਆ ਵਿੱਚ ਕਈ ਥਾਵਾਂ 'ਤੇ ਕੰਮ ਕਰ ਰਹੀਆਂ ਹਨ। ਆਮ ਬੋਲਚਾਲ ਦੀ ਭਾਸ਼ਾ ਵਿੱਚ ਅਸੀਂ ਇਹਨਾਂ ਨੂੰ MNC ਮਲਟੀਨੈਸ਼ਨਲ ਕੰਪਨੀਜ਼ ਕਹਿ ਦਿੰਦੇ ਹਾਂ। ਇਹਨਾਂ ਵਿੱਚੋਂ ਕੁਝ ਬਿਗ 4 ਕੰਪਨੀਆਂ ਵੀ ਹਨ ਅਤੇ ਭਾਰਤ ਦੀ ਇਲੀਟ ਤੇ ਮੱਧਮ ਵਰਗ ਬੜੇ ਸ਼ਾਨ ਨਾਲ ਕਹਿੰਦਾ ਹੈ ਕਿ ਮੇਰਾ ਪਤੀ, ਮੇਰਾ ਜਵਾਈ ਜਾਂ ਮੇਰਾ ਬੇਟਾ ਜਾਂ ਬੇਟੀ ਫਲਾਣੀ ਕੰਪਨੀ ਵਿੱਚ ਮੈਨੇਜਰ ਹੈ ਜਾਂ ਕੋਈ ਹੋਰ ਵੱਡੀ ਪੋਸਟ 'ਤੇ ਹੈ, ਉਸ ਨੂੰ ਇੰਨੇ ਲੱਖ ਦਾ ਪੈਕੇਜ ਮਿਲ ਰਿਹਾ ਹੈ। ਇਹ ਸਭ ਕੰਪਨੀਆਂ ਦੇ
ਟੌਪ ਬੌਸ ਅਤੇ ਮੁੱਖ ਮਾਲਕ ਉਹੀ ਲੋਕ ਹਨ ਜੋ ਕਦੇ ਈਸਟ ਇੰਡੀਆ ਕੰਪਨੀ ਦੇ ਕਰਤਾ ਧਰਤਾ ਹੁੰਦੇ ਸਨ। ਇਹ ਪਹਿਲਾਂ ਵੀ ਵਪਾਰ ਕਰਦੇ ਸਨ ਭਾਰਤ ਵਿੱਚ ਅਤੇ ਭਾਰਤ ਦੇ ਲੋਕ ਹੀ ਸੈਨਿਕਾਂ ਵਜੋਂ ਇਹਨਾਂ ਦੀ ਫੌਜ ਵਿੱਚ ਹੁੰਦੇ ਸਨ, ਨੌਕਰੀ ਕਰਦੇ ਸਨ ਅਤੇ ਸਾਡੇ ਹੀ ਲੋਕਾਂ ਦੀ ਮਦਦ ਨਾਲ ਇਹ ਵਿਦੇਸ਼ੀ ਸਾਡੇ 'ਤੇ ਰਾਜ ਕਰਕੇ ਚਲੇ ਗਏ। ਅੱਜ ਵੀ ਇਹ ਇੱਥੇ ਵਪਾਰ ਹੀ ਕਰ ਰਹੇ ਹਨ। ਆਰਥਿਕ ਉਪਨਿਵੇਸ਼ ਅਤੇ FDI ਨਾਲ ਸਾਡੀਆਂ ਸਰਕਾਰਾਂ ਨੇ ਹੀ ਇਹਨਾਂ ਲਈ ਰਾਹ ਖੋਲ੍ਹ ਲਏ ਹਨ ਅਤੇ ਅੱਜ ਵੀ ਸਾਡੇ ਭਾਰਤੀ ਲੋਕ ਹੀ ਇਹਨਾਂ ਕੰਪਨੀਆਂ ਵਿੱਚ ਨੌਕਰੀ ਕਰ ਰਹੇ ਹਨ, ਪਰ ਮੁਨਾਫਾ ਉਹ ਵਿਦੇਸ਼ੀ ਕਮਾ ਰਹੇ ਹਨ। ਜਿਹੜੀ ਭਾਜਪਾ ਕਾਂਗਰਸ ਦੁਆਰਾ ਲਿਆਂਦੀ ਗਈ FDI ਦਾ ਉਹਨਾਂ ਦਿਨਾਂ 'ਚ ਵਿਰੋਧ ਕਰ ਰਹੀ ਸੀ, ਉਹੀ ਅੱਜ ਵੱਧ ਚੜ੍ਹ ਕੇ ਹਰ ਪਾਬੰਦੀਸ਼ੁਦਾ ਖੇਤਰ ਵਿੱਚ FDI ਲੈ ਕੇ ਆ ਰਹੀ ਹੈ। ਘੱਟ ਸ਼ਬਦਾਂ 'ਚ ਕਿਹਾ ਜਾਵੇ ਤਾਂ ਅਪ੍ਰਤੱਖ ਰੂਪ ਵਿੱਚ ਸਭ ਕੁਝ ਇਲੂਮੀਨਾਤੀ ਦੇ ਨਾਂ ਵਰਲਡ ਆਰਡਰ ਦੇ ਮੁਤਾਬਕ ਰੌਥਸਚਾਇਲਡ ਦੇ ਇਸ਼ਾਰੇ 'ਤੇ ਪੂਰਾ ਦੇਸ਼ ਨੱਚ ਰਿਹਾ ਹੈ ਅਤੇ ਸਾਡੇ ਇੱਥੋਂ ਦੇ ਲੋਕ ਸੱਤਾ ਲਈ ਇਹਨਾਂ ਦੀਆਂ ਤਾਕਤਾਂ ਨਾਲ ਹੱਥ ਮਿਲਾ ਰਹੇ ਹਨ। ਇਹਨਾਂ ਵਿੱਚ ਇੱਕ ਕੰਪਨੀ ਦਾ ਜ਼ਿਕਰ ਹੋਰ ਕਰ ਰਿਹਾ ਹਾਂ, ਉਹ ਹੈ ਵਾਸ਼ਿੰਗਟਨ ਸਥਿਤ ਲਾਅ ਫਰਮ APCO ਵਰਲਡਵਾਈਡ, ਜਿਸ ਦੇ ਕਈ ਦੇਸ਼ਾਂ ਵਿੱਚ ਆਫਿਸ ਹਨ। ਇੱਥੇ ਦਿੱਲੀ ਤੇ ਮੁੰਬਈ 'ਚ ਵੀ ਹਨ। ਇਹ PR ਅਤੇ ਲੌਬਿੰਗ ਦਾ ਕੰਮ ਵੀ ਕਰਦੇ ਹੈ। ਅਮਰੀਕਾ ਵਿੱਚ ਲੌਬਿੰਗ ਕਾਨੂੰਨੀ ਰੂਪ 'ਚ ਜਾਇਜ਼ ਹੈ। ਮੂਲ ਰੂਪ 'ਚ ਇਹ ਕੰਪਨੀ ਇਜ਼ਰਾਈਲ ਦੀ ਕੰਪਨੀ ਅਰਨੋਲਡ ਐਂਡ ਪੋਰਟਰ ਦੀ ਇੱਕ ਸਹਿਯੋਗੀ ਕੰਪਨੀ ਹੈ। ਇਜ਼ਰਾਈਲ ਸਰਕਾਰ ਇਸ ਕੰਪਨੀ ਨੂੰ ਹਰ ਮਹੀਨੇ $10,000 ਪੇਸ਼ੇਗੀ ਫੀਸ ਦਿੰਦੀ ਹੈ। ਇੱਥੋਂ ਦੀ ਆਰਮੀ ਅਤੇ ਖੂਫੀਆ ਏਜੰਸੀਆਂ ਤੋਂ ਲੈ ਕੇ ਰਿਟਾਇਰ ਅਫਸਰ ਇਸ 'ਚ ਕੰਮ ਕਰਦੇ ਹਨ ਅਤੇ ਦੂਜੇ ਪਾਸੇ ਅਮਰੀਕੀ ਆਰਮੀ ਦੇ ਏਅਰ ਫੋਰਸ ਦੇ ਰਿਟਾਇਰਡ ਅਫਸਰ ਵੀ ਇੱਥੇ ਹੀ ਕੰਮ ਕਰਦੇ ਹਨ। ਹੁਣੇ ਪਿੱਛੇ ਜੇ ਇੱਕ ਸ਼ਬਦ ਦੀ ਵਰਤੋਂ ਕੀਤੀ ਸੀ, ਫਿਜ਼ੀਓਲੋਜੀਕਲ ਵਾਰਫੇਅਰ ਟੈਕਨੀਕ, ਜਿਸ ਰਾਹੀਂ ਦੂਜੇ ਵਿਸ਼ਵ ਯੁੱਧ ਵਿੱਚ ਸੰਯੁਕਤ ਰੂਪ 'ਚ ਬ੍ਰਿਟਿਸ਼ ਅਤੇ ਅਮਰੀਕੀ ਫੌਜ ਨੇ ਪ੍ਰੋਪੇਗੰਡਾ ਅਫਵਾਹਾਂ ਫੈਲਾ ਕੇ ਬਿਨਾਂ ਕੋਈ ਗੋਲੀ ਚਲਾਏ ਕਈ ਛੋਟੇ-ਮੋਟੇ ਯੁੱਧ ਜਿੱਤੇ ਸਨ। ਚਲੋ ਜ਼ਰਾ ਕੁ ਪਿੱਛੇ ਮੁੜ ਕੇ ਗੁਜਰਾਤ ਚੱਲਦੇ ਹਾਂ। 2007 ਦਾ ਸਮਾਂ ਆ ਚੁੱਕਾ ਸੀ। ਅਸੈਂਬਲੀ ਚੋਣਾਂ ਦਾ ਦੌਰ ਸੀ। ਦਿਖਾਵੇ ਲਈ ਇਸ ਕੰਪਨੀ APCO ਨੂੰ ਵਾਈਬ੍ਰੇਟ ਗੁਜਰਾਤ ਸੰਮੇਲਨ ਦੀ ਪ੍ਰੋਮੋਸ਼ਨ ਦਾ ਕੰਮ ਦਿੱਤਾ ਗਿਆ ਸੀ ਅਤੇ ਗੁਜਰਾਤ ਸਰਕਾਰ ਦੇ ਇੰਡਸਟਰੀਅਲ ਐਕਸਟੈਂਸ਼ਨ ਬਿਊਰੋ ਵਿੱਚ ਨਿਵੇਸ਼ ਲਿਆਉਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ ਅਤੇ ਹਰ ਮਹੀਨੇ $25,000 ਦੀ ਫੀਸ ਗੁਜਰਾਤ ਸਰਕਾਰ ਦੇ ਰਹੀ ਸੀ। ਇਸ ਕੰਪਨੀ APCO ਦਾ ਰੋਲ ਨਾਈਜੀਰੀਆ, ਕਜ਼ਾਕਿਸਤਾਨ ਅਤੇ ਤੁਰਕਮੇਨਿਸਤਾਨ ਵਗੈਰਾ ਵਿੱਚ ਉੱਥੋਂ ਦੀਆਂ ਸੱਜੇ ਖੱਬੀ ਸਰਕਾਰਾਂ ਬਣਾਉਣ ਅਤੇ ਖੜ੍ਹਾ ਕਰਨ ਵਿੱਚ ਰਿਹਾ ਹੈ, ਜਿੱਥੇ ਇਹਨਾਂ ਨੇ ਤਾਨਾਸ਼ਾਹ ਬਣਾ ਕੇ ਖੜ੍ਹੇ ਕੀਤੇ ਹਨ। ਅਮਰੀਕਾ ਦੀ ਇੱਕ ਮੈਗਜ਼ੀਨ ਹਾਰਪਰਸ ਨੇ ਸਟਿੰਗ ਆਪਰੇਸ਼ਨ ਕਰਦੇ ਹੋਏ ਇਹ ਦਾਅਵਾ ਕੀਤਾ ਸੀ ਕਿ APCO ਇੱਕ ਤਰ੍ਹਾਂ ਨਾਲ ਬ੍ਰਾਂਡ ਮੋਦੀ ਬਣਾ ਰਿਹਾ ਹੈ ਅਤੇ ਇਸ ਦਾ ਲੈਣ ਦੇਣਾ ਵਾਈਬ੍ਰੈਂਟ ਗੁਜਰਾਤ ਸੰਮੇਲਨ ਤੱਕ ਸੀਮਿਤ ਨਹੀਂ ਹੈ। ਇਸ ਦੇ ਇਰਾਦੇ ਕੁਝ ਵੱਖਰੇ ਹਨ। 2009 ਵਿੱਚ ਇਸ ਤਰ੍ਹਾਂ ਦੀ ਮਿਲਦੀ ਜੁਲਦੀ ਛੋਟੀ-ਮੋਟੀ ਖਬਰ ਅੰਗਰੇਜ਼ੀ ਅਖਬਾਰਾਂ ਵਿੱਚ ਛਪੀ, ਪਰ ਆਮ ਜਨਤਾ ਜਾਂ ਸੱਤਾਧਾਰੀ ਕਾਂਗਰਸ ਤੱਕ ਇਹ ਸਭ ਏਜੰਡਾ ਲੁਕਿਆ ਰਿਹਾ। ਇੰਨੀ ਡੂੰਘਾਈ ਵਿੱਚ ਜਾ ਕੇ ਸੋਚਣ ਸਮਝਣ ਤੇ ਰਿਸਰਚ ਕਰਨ ਦਾ ਕੰਮ ਉਸ ਵੇਲੇ ਦੀ UPA ਸਰਕਾਰ ਵਿੱਚ ਕਿਸੇ ਕੋਲ ਨਹੀਂ ਸੀ। ਸਾਰੇ ਆਪਣੀ ਮੌਜ ਮਾਲਣ ਲੱਗੇ ਹੋਏ ਸਨ। ਇੱਧਰ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਜੇਟਲੀ, ਸੁਸ਼ਮਾ ਸਵਰਾਜ, ਗਡਕਰੀ ਸਾਰੇ ਆਪਣੇ ਆਪਣੇ ਕੰਮ ਵਿੱਚ ਮਸਤ ਸਨ। ਇਹਨਾਂ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਇਸ ਤਰ੍ਹਾਂ ਇੱਕ ਦਿਨ ਪੂਰੀ ਪਾਰਟੀ ਗੁੰਜੂ ਮੋਦੀ ਅਤੇ ਸ਼ਾਹ ਹਾਈਜੈਕ ਕਰ ਸਕਦੇ ਹਨ। ਸਭ ਕੁਝ ਚੁੱਪਚਾਪ ਕਿਸੇ ਨਾ ਕਿਸੇ ਪਰਦੇ ਵਿੱਚ ਚੱਲੀ ਜਾ ਰਿਹਾ ਸੀ। ਵਾਈਬ੍ਰੈਂਟ ਗੁਜਰਾਤ ਸੰਮੇਲਨ ਅਤੇ GSPC ਹੁਣ ਮੋਦੀ ਨੂੰ ਪੈਸੇ ਦੇ ਮਾਮਲੇ ਵਿੱਚ ਬਹੁਤ ਹੱਦ ਤੱਕ ਆਤਮ ਨਿਰਭਰ ਬਣਾ ਚੁੱਕੇ ਸਨ। ਇੱਧਰ ਭਾਜਪਾ ਇੱਕ ਗਡਕਰੀ ਖਾਨਦਾਨੀ ਰਾਈਸ ਹੈ ਤਾਂ ਦੂਜੇ ਪਾਸੇ ਸੁਸ਼ਮਾ ਅਤੇ ਜੇਟਲੀ ਵਰਗੇ ਪੜ੍ਹੇ ਲਿਖੇ ਵਿਦਵਾਨ ਵੀ ਹਨ, ਪਰ ਲਾਲਸਾ ਮੋਦੀ ਵਿੱਚ ਕਿਤੇ ਜ਼ਿਆਦਾ ਸੀ। ਇਹ ਸਭ ਕੁਝ ਜੇਟਲੀ, ਗਡਕਰੀ, ਸੁਸ਼ਮਾ ਵੀ ਕਰ ਸਕਦੇ ਸਨ,
ਪਰ ਵਿਦੇਸ਼ੀ ਕੰਪਨੀਆਂ ਦੇ ਦਾ ਮੋਦੀ 'ਤੇ ਖੇਡਿਆ, ਜਿਸ ਦਾ ਇੱਕ ਕਾਰਨ ਮੈਂ ਵੀ ਸਮਝਦਾ ਹਾਂ ਕਿ ਘੱਟ ਪੜ੍ਹੇ ਲਿਖੇ ਨੂੰ ਰਿਮੋਟ ਨਾਲ ਚਲਾਉਣਾ ਜ਼ਿਆਦਾ ਆਸਾਨ ਹੁੰਦਾ ਹੈ ਬਜਾਏ ਇੱਕ ਪੜ੍ਹੇ ਲਿਖੇ ਨੂੰ। ਇੱਥੇ ਇੱਕ ਕੁਆਲਿਟੀ ਵੀ ਮੋਦੀ ਦੇ ਪੱਖ 'ਚ ਗਈ, ਜਿਹੜੀ ਮੂਲ ਤੌਰ 'ਤੇ ਇਜ਼ਰਾਈਲੀ ਫਰਮ ਹੈ, ਵਾਸ਼ਿੰਗਟਨ ਵਿਖੇ ਸਥਿਤ ਹੈ। ਇਸ ਨੇ ਸਾਈਕੋਲੋਜੀਕਲ ਵਾਰ ਤਕਨੀਕ ਨਾਲ ਮੁੱਖ ਭੂਮਿਕਾ ਨਿਭਾਈ। ਇਸ ਨੇ ਲਗਾਤਾਰ ਪ੍ਰਾਪੇਗੰਡਾ, ਅਫਵਾਹਾਂ, ਫੇਕ ਖਬਰਾਂ ਅਤੇ ਰਾਸ਼ਟਰੀ ਮੀਡੀਆ ਨੂੰ ਖਰੀਦ ਕੇ ਬਹਿਸ ਚਰਚਾ ਦੇ ਮਾਧਿਅਮ ਨਾਲ ਬ੍ਰਾਂਡ ਮੋਦੀ ਬਣਾਇਆ। ਬ੍ਰਾਂਡਿੰਗ ਭਾਵੇਂ ਨੈਗੇਟਿਵ ਹੋਵੇ ਜਾਂ ਪੋਜ਼ੀਟਿਵ, ਉਹ ਹਮੇਸ਼ਾ ਅਸਰ ਕਰਦੀ ਹੈ। ਗੁਜਰਾਤ 2002 ਨੂੰ ਜਾਣਬੁੱਝ ਕੇ ਰਾਸ਼ਟਰੀ ਮੀਡੀਆ 'ਚ ਲਗਾਤਾਰ ਮੁੱਦਾ ਬਣਾਇਆ ਗਿਆ ਕਿ ਬਹੁਤ ਸੰਖਿਅਕਾਂ ਵਿੱਚ ਉਹਨਾਂ ਦੀ ਪਛਾਣ ਹਿੰਦੂ ਦਿਲਾਂ ਦੇ ਰਾਜੇ ਦੀ ਬਣੀ ਰਹੇ। ਉੱਧਰ ਕਾਂਗਰਸ ਵਿੱਚ ਲੁਕੇ ਹੋਏ ਖਾਕੀ ਨੀਕਰ ਵਾਲੇ ਲੋਕਾਂ ਦੀ ਬਹੁਤ ਘੁਸਪੈਠ ਹੈ। ਇਹ ਵੀ ਰਾਜਨੀਤੀ ਦਾ ਪੁਰਾਣਾ ਅਸੂਲ ਹੈ ਕਿ ਦੁਸ਼ਮਣ ਦੇ ਖੇਮੇ ਵਿੱਚ ਆਪਣੇ ਏਜੰਟ ਫਿੱਟ ਕਰ ਦਿਓ। 360 ਡਿਗਰੀ ਕੋਣ ਅਤੇ ਰਾਜਨੀਤੀ ਤਿਆਰ ਕੀਤੀ ਗਈ ਸੀ। ਅਜਿਹਾ ਕੋਈ ਮੋਰਚਾ ਨਹੀਂ ਬਚਿਆ ਸੀ ਜਿੱਥੇ ਫੀਲਡਿੰਗ ਨਾ ਲੱਗੀ ਹੋਵੇ। ਹਾਲਾਂਕਿ ਤੱਕ ਮੁਸਲਿਮ ਤੁਸ਼ਟੀਕਰਨ ਨੀਤੀ ਅਸੀਂ ਸੁਣੀ ਹੈ। ਇਹਨਾਂ ਨੇ ਬਹੁ ਗਿਣਤੀਆਂ ਦਾ ਧੁਰਵੀਕਰਨ ਕਰ ਲਿਆ। 2005 ਵਿੱਚ ਰਿਲਾਇੰਸ ਸਮੂਹ ਨੇ ਹੌਲੀ-ਹੌਲੀ ਮੀਡੀਆ ਦੇ ਖੇਤਰ ਵਿੱਚ ਆਪਣੀ ਹਿੱਸੇਦਾਰੀ ਵਧਾਉਣੀ ਸ਼ੁਰੂ ਕਰ ਦਿੱਤੀ ਸੀ ਤਾਂ ਕਿ ਬ੍ਰਾਂਡਿੰਗ ਵਿੱਚ ਕੋਈ ਕਮੀ ਨਾ ਆਵੇ। ਹੁਣ ਆਉਂਦੇ ਹਨ ਪ੍ਰਸ਼ਾਂਤ ਕਿਸ਼ੋਰ, ਉਹ ਕਿੱਥੇ ਫਿੱਟ ਹੁੰਦੇ ਹਨ। ਇਹ ਸਭ ਵਿੱਚ ਪ੍ਰਸ਼ਾਂਤ ਕਿਸ਼ੋਰ ਭਾਰਤ ਆਉਣ ਤੋਂ ਪਹਿਲਾਂ ਵਰਲਡ ਬੈਂਕ ਵਿੱਚ ਕੋਈ ਨੌਕਰੀ ਕਰਦੇ ਸਨ ਅਤੇ APCO ਕੰਪਨੀ ਦੀ ਮਦਦ ਨਾਲ ਤਨਜ਼ਾਨੀਆ ਵਿੱਚ ਚੋਣ ਪ੍ਰਚਾਰ ਦਾ ਕੰਮ ਸਫਲਤਾਪੂਰਵਕ ਕਰ ਚੁੱਕੇ ਸਨ। ਹੁਣ ਤੁਹਾਡਾ ਸਵਾਲ ਹੋਵੇਗਾ ਕਿ ਵਰਲਡ ਬੈਂਕ ਦਾ ਅਤੇ APCO ਦਾ ਇੱਕ ਦੂਜੇ ਨਾਲ ਕੀ ਰਿਸ਼ਤਾ ਹੈ, ਤਾਂ ਇਸ ਲਈ ਤੁਹਾਨੂੰ ਫਿਰ ਇਲੂਮੀਨਾਤੀ ਅਤੇ ਰੌਥਸਚਾਇਲਡ ਦਾ ਨਿਊ ਵਰਲਡ ਆਰਡਰ ਸਮਝਣਾ ਪਵੇਗਾ। ਇਹਨਾਂ ਦੀ ਸ਼ੁਰੂ ਤੋਂ ਹੀ ਕਾਰਜਸ਼ੈਲੀ ਰਹੀ ਹੈ ਕਿ ਕਿਸੇ ਦੇਸ਼ ਦੀ ਸੱਤਾ ਨੂੰ ਕਰਜ਼ਦਾਰ ਬਣਾ ਦਿਓ ਤਾਂ ਕਿ ਇੱਕ ਤਾਂ ਕਰਜ਼ ਉਸ ਦੇਸ਼ ਦੇ ਟੈਕਸ ਦੇ ਪੈਸੇ ਨਾਲ ਸੁਰੱਖਿਅਤ ਵੀ ਰਹੇਗਾ ਅਤੇ ਉਸ ਦੇਸ਼ ਨੂੰ ਆਪਣੀ ਮਰਜ਼ੀ ਨਾਲ ਚਲਾਉਣ ਦਾ ਮੌਕਾ ਵੀ ਹੱਥ ਆਏਗਾ। ਇਹੀ ਭਾਰਤ ਨਾਲ ਹੋਇਆ ਹੈ। ਵਰਲਡ ਬੈਂਕ ਤੋਂ ਕਰਜ਼ਾ ਚੁੱਕ ਕੇ ਅਸੀਂ ਉਹਨਾਂ ਦੀ ਸ਼ਰਤਾਂ ਮੁਤਾਬਿਕ ਕੰਮ ਕਰਨ ਲਈ ਮਜਬੂਰ ਹੋ ਚੁੱਕੇ ਹਾਂ। ਵਰਲਡ ਬੈਂਕ ਦੇ ਪਿੱਛੇ ਵੀ ਰੌਥਸਚਾਇਲਡ ਏਜੰਡਾ ਹੀ ਹੈ। ਇੱਥੇ ਗੁਜਰਾਤ ਵਿੱਚ APCO ਨੇ ਇੱਕ ਸਥਾਨਕ ਫਰਮ ਆਕ੍ਰਿਤੀ ਐਡਵਰਟਾਈਜ਼ਿੰਗ ਨਾਲ ਹਿੱਸੇਦਾਰੀ ਕੀਤੀ। ਹੌਲੀ-ਹੌਲੀ ਇੱਥੋਂ ਦੇ ਬ੍ਰਾਂਡ ਮੋਦੀ ਮਿਸ਼ਨ ਦੀ ਕਮਾਂਡ ਪ੍ਰਸ਼ਾਂਤ ਕਿਸ਼ੋਰ ਦੇ ਹੱਥ ਆ ਗਈ, ਕਿਉਂਕਿ ਇਹ ਏਜੰਸੀਆਂ ਨਹੀਂ ਚਾਹੁੰਦੀਆਂ ਸਨ ਕਿ ਉਹਨਾਂ ਦਾ ਚਿਹਰਾ ਸਾਹਮਣੇ ਆਵੇ। ਇਸ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਫਰੰਟ ਫੇਸ ਬਣਾ ਦਿੱਤਾ ਗਿਆ। 2014 ਵਿੱਚ ਸਾਰੇ ਪਾਸੇ ਪ੍ਰਸ਼ਾਂਤ ਹੀ ਜਿੱਤ ਦੇ ਅਸਲੀ ਹੀਰੋ ਬਣੇ ਰਹੇ ਅਤੇ ਉਹਨਾਂ ਦੀ ਬਹੁਤ ਵਾਹ-ਵਾਹ ਹੋਈ, ਪਰ ਉਹ ਸਿਰਫ ਇੱਕ ਮੋਹਰਾ ਸਨ, ਨਾ ਕਿ ਅਸਲੀ ਖਿਡਾਰੀ। ਪਰ ਉਹਨਾਂ ਦਾ ਮੋਦੀ ਵਾਲਾ ਮਿਸ਼ਨ ਮਜ਼ਬੂਤ ਸੀ। ਉਹਨਾਂ ਨੇ ਹਰ ਸਾਲ 7 ਰੇਸਕੋਰਸ ਰੋਡ ਵਿੱਚ ਆਉਣਾ ਸੀ ਅਤੇ ਇਹੀ ਉਸ ਏਜੰਸੀਆਂ ਵੀ ਚਾਹੁੰਦੀਆਂ ਸਨ ਅਤੇ ਉਹਨਾਂ ਨੇ ਹੋਰ ਵੀ ਏਜੰਸੀਆਂ ਦੀ ਮਦਦ ਲਈ। ਉਹ ਸਿਰਫ APCO ਵਰਲਡਵਾਈਡ ਦੇ ਭਰੋਸੇ ਨਹੀਂ ਰਹਿ ਸਕਦੇ ਸਨ ਅਤੇ WPP ਓਗਿਲਵੀ ਐਂਡ ਮਥੇਰ ਵੀ ਮੈਦਾਨ ਵਿੱਚ ਕੁੱਦ ਪਈਆਂ। ਦੂਜੇ ਵਿਸ਼ਵ ਯੁੱਧ ਦੇ ਸਮੇਂ ਤੋਂ ਹੀ ਅਮਰੀਕੀ ਅਤੇ ਬ੍ਰਿਟਿਸ਼ ਏਜੰਸੀਆਂ ਵਿੱਚ ਦੋਸਤਾਨਾ ਸੀ। ਇਸ ਕਰਕੇ ਇੱਕ ਤੈਅ ਰਣਨੀਤੀ ਦੇ ਤਹਿਤ ਇਹਨਾਂ ਨੇ ਗੁਜਰਾਤ ਵਿੱਚ ਬ੍ਰਿਟਿਸ਼ ਗੈਸ ਅਤੇ ਬ੍ਰਿਟਿਸ਼ ਪੈਟਰੋਲੀਅਮ ਨੂੰ ਹਜ਼ਾਰਾਂ ਕਰੋੜ ਦੀ ਡੀਲ ਦਿੱਤੀ ਤਾਂ ਕਿ ਬ੍ਰਿਟਿਸ਼ ਏਜੰਸੀਆਂ ਨੂੰ ਇਹਨਾਂ ਵਿੱਚ ਆਪਣਾ ਭਵਿੱਖ ਨਜ਼ਰ ਆਵੇ। ਸੱਤਾ ਵਿੱਚ ਆਉਣ ਤੋਂ ਬਾਅਦ ਅਮਰੀਕੀ ਲੰਬੀ ਨੂੰ ਵਪਾਰਕ ਟੀਚਿਆਂ ਵਿੱਚ ਸਫਲਤਾ ਮਿਲੀ ਤਾਂ ਇਜ਼ਰਾਈਲ ਨੂੰ ਰਾਜਨੀਤਿਕ ਸੁਰੱਖਿਆ ਵਿੱਚ ਸਕੋਪ ਮਿਲਿਆ ਤਾਂ ਬ੍ਰਿਟਿਸ਼ ਦਾ ਰੋਲ ਨੋਟਬੰਦੀ ਵਿੱਚ ਸਾਹਮਣੇ ਆਇਆ। ਉਸਨੇ ਹਰ ਏਜੰਸੀ ਨੂੰ ਸੇਵਾ ਦੀ ਕੀਮਤ ਦੇ ਨਾਲ-ਨਾਲ ਉਹਨਾਂ ਦੇਸ਼ਾਂ ਦਾ ਮੇਵਾ ਵੀ ਦਿਲ ਖੋਲ੍ਹ ਕੇ ਦਿੱਤਾ। ਪਰ ਹਾਲੇ ਖਤਰਾ ਬਰਕਰਾਰ ਸੀ। ਉਹ ਖਤਰਾ ਸੀ ਰੂਸ ਤੋਂ, ਕਿਉਂਕਿ ਰੂਸ ਇੰਦਰਾ ਗਾਂਧੀ ਦੇ ਸਮੇਂ ਤੋਂ ਹੀ ਭਾਰਤ ਨਾਲ ਸੀ। 1971 ਦੀ ਜੰਗ ਵਿੱਚ ਜੇਕਰ ਰੂਸ ਦੀ ਮਦਦ ਨਾ ਕੀਤੀ ਹੁੰਦੀ ਤਾਂ ਸ਼ਾਇਦ ਅਸੀਂ ਜਿੱਤ ਨਹੀਂ ਸਕਦੇ ਸੀ। ਅਮਰੀਕੀ ਖੁੱਲ੍ਹੇ ਰੂਪ ਵਿੱਚ ਪਾਕਿਸਤਾਨ ਦੇ ਨਾਲ ਸੀ।
ਰੂਸੀ ਕਦੇ ਖੁੱਲ੍ਹ ਕੇ ਇਹਨਾਂ ਦੀ ਮਦਦ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਦੋਸਤਾਨਾ ਸਬੰਧ ਕਾਂਗਰਸ ਨਾਲ ਬਿਹਤਰ ਸਨ। ਰੂਸੀ ਖੂਫੀਆ ਏਜੰਸੀਆਂ ਇਹਨਾਂ ਦਾ ਭਾਂਡਾ ਫੋੜ ਸਕਦੀਆਂ ਸਨ, ਇਸ ਲਈ ਇਹਨਾਂ ਵੱਲੋਂ ਰੂਸੀਆਂ ਸਾਹਮਣੇ ਵੀ ਦਾਣਾ ਸੁੱਟਣ ਵਿੱਚ ਕੋਈ ਕਮੀ ਨਹੀਂ ਰੱਖੀ ਗਈ। ਦੂਜੇ ਪਾਸੇ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਅੰਦਰ ਖਾਤੇ ਬਹੁਤ ਮਦਦ ਕਰ ਰਿਹਾ ਸੀ। ਇਹਨਾਂ ਦੀ ਕੀਮਤ ਚੰਗੀ ਸੀ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਰੂਸ ਦੀ ਤਾਕਤ ਕਮਜ਼ੋਰ ਹੋ ਗਈ ਸੀ ਅਤੇ ਇੱਧਰ ਸਭ ਕੁਝ ਚੁੱਪ-ਚਪੀਤੇ ਏਜੰਡੇ ਦੇ ਤਹਿਤ ਚੱਲ ਰਿਹਾ ਸੀ। ਮੋਦੀ ਜਦੋਂ ਪ੍ਰਧਾਨ ਮੰਤਰੀ ਕੈਂਡੀਡੇਟ ਵਜੋਂ ਘੋਸ਼ਿਤ ਹੋਏ, ਉਦੋਂ ਤੱਕ 2013 ਦਾ ਸਮਾਂ ਆ ਚੁੱਕਾ ਸੀ। ਉਹ ਭਾਜਪਾ ਵਿੱਚ ਸਾਰਿਆਂ ਨੂੰ ਪਾਸੇ ਕਰਕੇ ਪਾਰਟੀ 'ਤੇ ਕਬਜ਼ਾ ਕਰ ਚੁੱਕੇ ਸਨ। ਇੱਧਰ ਯੂਪੀਏ ਸਰਕਾਰ ਵਿੱਚ ਭਾਜਪਾ ਦੀ ਬਹੁਤ ਘੁਸਪੈਠ ਸੀ, ਜਿਨ੍ਹਾਂ ਦਾ ਕੰਮ ਯੂਪੀਏ ਨੂੰ ਭੰਬਲ ਭੂਸੇ ਵਿੱਚ ਪਾਈ ਰੱਖਣ ਦਾ ਸੀ। ਤੇ ਇੱਥੇ ਇੰਡੀਆ ਅਗੇਂਸਟ ਕਾਰਪੋਰੇਸ਼ਨ, ਬਾਬਾ ਰਾਮਦੇਵ, ਅੰਨਾ ਹਜ਼ਾਰੇ ਗੈਂਗ ਸਭ ਦੀ ਰਾਮਲੀਲਾ ਸ਼ੁਰੂ ਹੋ ਚੁੱਕੀ ਸੀ। ਉਧਰ CAG ਵਾਲੇ ਵਿਨੋਦ ਰਾਏ ਆਪਣਾ 2G ਦਾ ਬੰਬ ਸੁੱਟ ਚੁੱਕੇ ਸਨ। ਸਵੇਰ ਤੋਂ ਸ਼ਾਮ ਤੱਕ ਮੀਡੀਆ ਦੇ ਕੈਮਰੇ 2G ਅਤੇ ਰਾਮਲੀਲਾ ਮੈਦਾਨ ਉੱਤੇ ਫੋਕਸ ਰਹਿੰਦੇ ਸਨ। ਅੱਜ ਦੀ ਗੋਦੀ ਮੀਡੀਆ PM ਤੋਂ ਸਵਾਲ ਨਹੀਂ ਪੁੱਛ ਸਕਦੀ, ਪਰ ਉਹਨਾਂ ਦਿਨਾਂ 'ਚ ਮੀਡੀਆ ਖੁੱਲ੍ਹੇਆਮ PM, ਗ੍ਰਹਿ ਮੰਤਰੀ ਵਗੈਰਾ ਸਾਰਿਆਂ ਤੋਂ ਸਵਾਲ ਪੁੱਛਿਆ ਕਰਦੀ ਸੀ। ਇਹਨਾਂ ਵਿਦੇਸ਼ੀ ਏਜੰਸੀਆਂ ਦੁਆਰਾ ਵਿਛਾਈ ਗਈ ਪਿੱਚ 'ਤੇ ਹੁਣ ਸਾਰਿਆਂ ਨੇ ਖੇਡਣਾ ਸੀ। ਰਾਸ਼ਟਰੀ ਮੀਡੀਆ ਨੂੰ ਵਾਈਬ੍ਰੈਂਟ ਗੁਜਰਾਤ ਸੰਮੇਲਨ ਅਤੇ ਬ੍ਰਾਂਡ ਮੋਦੀ ਲਈ ਗੱਫੇ ਭਰ ਕੇ ਪੈਸਾ ਮਿਲਿਆ ਕਰਦਾ ਸੀ। ਉੱਧਰੋਂ ਉਹ UPA ਸਰਕਾਰ ਤੋਂ ਵੀ ਵਿਆਪਨ ਲੈਂਦੇ ਤਾਂ ਇੱਧਰ ਵੀ ਪੈਸੇ ਮਿਲ ਰਹੇ ਸਨ। ਦਿਖਾਵੇ ਲਈ ਸਾਰੇ ਪੱਤਰਕਾਰਿਤਾ ਕਰ ਰਹੇ ਸਨ। UPA ਸਰਕਾਰ ਤੋਂ ਤਿੱਖੇ ਸਵਾਲ ਪੁੱਛੇ ਜਾਂਦੇ ਸਨ ਤੇ ਬ੍ਰਾਂਡ ਮੋਦੀ ਨੂੰ ਖੁਦ ਪਾਣੀ ਮੀਡੀਆ ਤੋਂ ਵੀ ਮਿਲਿਆ ਕਰਦਾ ਸੀ। ਅੱਜ ਉਹੀ ਨੈਸ਼ਨਲ ਮੀਡੀਆ ਭਾੜੇ ਦੇ ਟੱਟੂ ਬਣਿਆ ਰੋਜ਼ ਆਪਣੀ ਬੇਇੱਜ਼ਤੀ ਕਰਵਾਉਂਦਾ ਹੈ, ਪਰ ਸੱਤਾ ਤੋਂ ਲੋਕ ਹਿੱਤ ਦਾ ਇੱਕ ਵੀ ਸਵਾਲ ਨਹੀਂ ਪੁੱਛ ਸਕਦਾ। ਇੱਧਰ ਸੋਸ਼ਲ ਮੀਡੀਆ ਵੀ ਸ਼ੁਰੂ ਚੁੱਕਾ ਸੀ। WhatsApp ਸਕੂਲ ਵਿੱਚ ਦਾਖਲੇ ਸ਼ੁਰੂ ਹੋ ਚੁੱਕੇ ਸਨ। ਗਾਂਧੀ ਨਹਿਰੂ ਸਾਰਿਆਂ ਦੇ ਚਰਿੱਤਰ ਤੇ ਚਿੱਕੜ ਸੁੱਟਣਾ ਤੇਜ਼ੀ ਨਾਲ ਸ਼ੁਰੂ ਹੋ ਚੁੱਕਾ ਸੀ। ਰਾਹੁਲ ਗਾਂਧੀ ਪੱਪੂ ਹੈ। ਇਹ ਮਾਹੌਲ ਬਣਾਉਣ ਵਿੱਚ ਇਹਨਾਂ ਦਾ ਕਰੋੜਾਂ ਰੁਪਇਆ ਫੂਕਿਆ ਜਾ ਚੁੱਕਾ ਸੀ। ਬਦਲਦੇ ਯੁੱਗ ਵਿੱਚ 2013 ਆਉਂਦੇ ਗਾਂਧੀ ਪਰਿਵਾਰ ਨੂੰ ਵੀ ਸਮਝ ਆ ਚੁੱਕੀ ਸੀ ਕਿ ਬਾਜੀ ਉਹਨਾਂ ਦੇ ਹੱਥੋਂ ਨਿਕਲ ਚੁੱਕੀ ਹੈ। ਜੇਕਰ ਤੁਸੀਂ 2014 ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਇੱਕ ਬੈਠਕ ਵਿੱਚ ਪ੍ਰਮੁੱਖ ਸਕੱਤਰ ਮੋਹਨ ਪ੍ਰਕਾਸ਼ ਦਾ ਬਿਆਨ ਗੂਗਲ ਕਰੋਗੇ ਤਾਂ ਤੁਹਾਨੂੰ ਕਾਫੀ ਕੁਝ ਸਾਫ਼ ਹੋ ਜਾਏਗਾ। ਮੋਹਨ ਪ੍ਰਕਾਸ਼ ਦਾ ਕਹਿਣਾ ਸੀ ਕਿ ਇਜ਼ਰਾਈਲ ਏਜੰਸੀ ਮੋਸਾਦ ਦੀਆਂ 2009 ਤੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਸਨ ਕਿ ਕਾਂਗਰਸ ਸੱਤਾ ਵਿੱਚ ਨਾ ਆਵੇ। ਉਹਨਾਂ ਦਾ ਗੱਠਜੋੜ ਭਾਜਪਾ ਨਾਲ ਹੋ ਚੁੱਕਾ ਸੀ। ਦੂਜੇ ਪਾਸੇ ਅੰਦਰੂਨੀ ਸੂਤਰਾਂ ਮੁਤਾਬਿਕ ਤਤਕਾਲੀਨ ਕਮਿਊਨੀਕੇਸ਼ਨ ਵਿਭਾਗ ਦੇ ਪ੍ਰਮੁੱਖ ਅਜੇ ਮਾਕਨ ਦੀ ਇਹਨਾਂ ਏਜੰਸੀਆਂ ਨਾਲ ਕਾਫੀ ਬਹਿਸ ਹੋਈ ਸੀ, ਜਿਨ੍ਹਾਂ ਨੂੰ ਕਾਂਗਰਸ ਵੱਲੋਂ ਚੋਣ ਪ੍ਰਚਾਰ ਦਾ ਠੇਕਾ ਮਿਲਿਆ ਸੀ। ਸੂਤਰ ਮੁਤਾਬਿਕ ਉਸ ਵਕਤ ਕਾਂਗਰਸ ਨੇ 600 ਕਰੋੜ ਉਸ ਵੇਲੇ 2014 ਦੀਆਂ ਚੋਣਾਂ ਵਿੱਚ ਖਰਚ ਕੀਤਾ ਸੀ। 2014 ਦੀਆਂ ਚੋਣਾਂ ਇੱਕ ਤਰ੍ਹਾਂ ਨਾਲ ਇੰਟੈਲੀਜੈਂਸ ਅਤੇ ਕਾਊਂਟਰ ਇੰਟੈਲੀਜੈਂਸ ਲੜਾਈ ਸੀ, ਜਿੱਥੇ ਮੋਦੀ ਦੀ ਟੀਮ ਦਾ ਹਮਲਾ ਮਜ਼ਬੂਤ ਅਤੇ ਤਰੀਕੇ ਨਾਲ ਲੜੀਵਾਰ ਕੰਮ ਕਰ ਰਿਹਾ ਸੀ। ਉਹਨਾਂ ਦੀ ਘੁਸਪੈਠ ਨੇ ਉਸ ਵੇਲੇ ਕਾਂਗਰਸ ਟੀਮ ਵਿੱਚ ਥਾਂ-ਥਾਂ 'ਤੇ ਆਪਣੇ ਏਜੰਟ ਸੈੱਟ ਕਰ ਰੱਖੇ ਸਨ ਤੇ ਕਾਂਗਰਸ ਆਪਣੇ ਲਸ਼ਕਰ ਦੇ ਬਾਵਜੂਦ ਢਹਿ ਢੇਰੀ ਹੋ ਗਈ। 2057 ਪਲਾਸੀ ਦੀ ਲੜਾਈ ਯਾਦ ਕਰੋ, ਜਦੋਂ ਨਵਾਬ ਸਰਜੁਦੌਲਾ ਕੋਲ 62,000 ਦੀ ਫੌਜ ਸੀ। ਉਧਰ ਅੰਗਰੇਜ਼ ਲਾਰਡ ਕਲਾਈਵ ਦੇ ਕੋਲ ਸਿਰਫ 3,000। ਉਸ ਵਿੱਚ ਵੀ ਅੰਗਰੇਜ਼ ਸਿਰਫ ਕੁਝ 100 ਸਨ ਤੇ ਬਾਕੀ ਭਾਰਤੀ। ਫਿਰ ਵੀ ਉਹਨਾਂ ਨੇ ਪਲਾਸੀ ਦੀ ਜੰਗ ਜਿੱਤੀ, ਭਾਵੇਂ ਧੋਖਾਬਾਜ਼ੀ ਨਾਲ ਜਿੱਤੀ, ਪਰ ਇਤਿਹਾਸ ਸਿਰਫ ਜੇਤੂ ਨੂੰ ਯਾਦ ਰੱਖਦਾ ਹੈ। ਉੱਥੇ ਵੀ 2014 ਇੱਕ ਤਰ੍ਹਾਂ ਨਾਲ ਪਲਾਸੀ ਦਾ ਯੁੱਧ ਹੀ ਸਮਝੋ, ਜਿਸ ਨੇ ਬ੍ਰਾਂਡ ਮੋਦੀ ਸਥਾਪਿਤ ਕਰ ਦਿੱਤਾ। ਤੁਹਾਨੂੰ ਯਾਦ ਹੋਵੇਗਾ ਕਿ 8 ਨਵੰਬਰ 2016 ਨੂੰ ਨੋਟਬੰਦੀ ਹੋਈ ਸੀ। ਬਾਅਦ ਵਿੱਚ ਕਈ ਮੀਡੀਆ ਰਿਪੋਰਟਾਂ ਅਤੇ RTI ਰਾਹੀਂ ਪਤਾ ਲੱਗਿਆ ਕਿ RBI ਤੱਕ ਨੂੰ ਵੀ ਨਹੀਂ ਪਤਾ ਸੀ ਕਿ ਉਹ ਨੋਟਬੰਦੀ ਦੀ ਘੋਸ਼ਣਾ ਕਰਨ ਜਾ ਰਹੇ ਹਨ। 2017 ਵਿੱਚ ਇੱਕ RTI ਦੇ ਜਵਾਬ 'ਚ RBI ਨੇ ਇਹ ਜਵਾਬ ਦਿੱਤਾ ਕਿ ਨੋਟਬੰਦੀ ਨਾਲ ਸੰਬੰਧਿਤ ਮੰਗੀ ਹੋਈ ਜਾਣਕਾਰੀ ਦਾ ਜਵਾਬ ਦੇਣ ਵਿੱਚ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਦੀ ਜਾਨ ਨੂੰ ਖਤਰਾ ਹੈ।
ਇਸ ਲਈ ਉਹ ਜਾਣਕਾਰੀ ਮੁਹੱਈਆ ਨਹੀਂ ਕਰਵਾ ਸਕਦੇ। ਹੁਣ ਇੱਥੋਂ ਸੋਚਣ ਵਾਲੀ ਗੱਲ ਇਹ ਹੈ ਕਿ ਕਿਵੇਂ ਇੱਕ ਜਾਣਕਾਰੀ ਦੇਣ ਦੇ ਕਾਰਨ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਦੀ ਜਾਨ ਦਾ ਖਤਰਾ ਹੋ ਸਕਦਾ ਹੈ। ਇਸ ਦਾ ਸਾਫ਼-ਸਾਫ਼ ਸਬੰਧ ਨੋਟਬੰਦੀ, ਗੋਲਡ ਅਤੇ ਬ੍ਰਿਟਿਸ਼ ਏਜੰਸੀਆਂ ਨਾਲ ਹੈ। ਇੱਧਰ ਸਬੰਧ ਕੰਧਾਰ ਜਹਾਜ਼ ਹਾਈਜੈਕ ਨਾਲ ਵੀ ਜੁੜਿਆ ਹਨ। ਪਿਛਲੇ ਹੀ ਸਾਲ ਮਈ 2019 ਲੋਕ ਸਭਾ ਚੋਣਾਂ ਦੇ ਦੌਰਾਨ ਇੱਕ ਖਬਰ ਮੈਂ ਬ੍ਰੇਕ ਕੀਤੀ ਸੀ ਕਿ ਰਿਜ਼ਰਵ ਬੈਂਕ ਦਾ 200 ਟਨ ਸੋਨਾ ਗਾਇਬ ਹੈ ਅਤੇ ਉਹ ਬੈਂਕ ਆਫ ਇੰਗਲੈਂਡ ਅਤੇ ਸਵਿਟਜ਼ਰਲੈਂਡ ਦੀ ਬੈਂਕ ਵਿੱਚ ਰੱਖਿਆ ਹੋਇਆ ਹੈ। ਇਹ ਖਬਰ ਬਹੁਤ ਵਾਇਰਲ ਹੋਈ ਸੀ, ਜਿਸ ਦਾ ਗੋਲਮੋਲ ਖੰਡਨ ਬਾਅਦ ਵਿੱਚ ਰਿਜ਼ਰਵ ਬੈਂਕ ਨੇ ਕੀਤਾ ਅਤੇ ਉਸੇ ਆਧਾਰ 'ਤੇ ਪੂਰਾ ਨੈਸ਼ਨਲ ਮੀਡੀਆ ਇਸ ਨੂੰ ਫੇਕ ਨਿਊਜ਼ ਦਾ ਰੌਲਾ ਪਾਉਂਦੇ ਟੁੱਟ ਕੇ ਪੈ ਗਿਆ ਸੀ। ਜਦ ਕਿ ਮੇਰਾ ਦਾਅਵਾ ਅੱਜ ਵੀ ਕਾਇਮ ਹੈ ਕਿ ਤੁਸੀਂ ਕਾਗਜ਼ਾਂ ਨਾਲ ਬਹਿਸ ਤਾਂ ਕਰੋ, ਖੱਪਪਾਤੀ ਮੀਡੀਆ ਦੇ ਰਾਗ ਗਾਉਣ ਨਾਲ ਤਾਂ ਤੁਸੀਂ ਦਿਨ ਨੂੰ ਵੀ ਰਾਤ ਸਾਬਤ ਕਰ ਸਕਦੇ ਹੋ। ਅੱਜ ਵੀ ਗੂਗਲ 'ਤੇ ਜੇਕਰ ਨਵਨੀਤ ਚਤੁਰਵੇਦੀ ਖੋਜੀ ਪੱਤਰਕਾਰ ਦੇ ਨਾਂ ਨਾਲ ਸਰਚ ਕਰੋਗੇ ਤਾਂ ਗੋਲਡ 200 ਟਨ ਦੀਆਂ ਖਬਰਾਂ ਮਿਲ ਜਾਣਗੀਆਂ। ਇਸ ਖਬਰ ਨੂੰ ਕਾਂਗਰਸ ਨੇ ਵੀ ਚੁੱਕਿਆ ਸੀ। ਜੀਓਪੋਲਿਟਿਕਸ ਅਜਿਹਾ ਵਿਸ਼ਾ ਹੈ ਜਿੱਥੇ ਇੱਕੋ ਸਮੇਂ ਕਈ ਕਿਰਦਾਰ ਅਲੱਗ-ਅਲੱਗ ਆਪਣਾ ਵੱਖਰਾ ਰੋਲ ਅਦਾ ਕਰ ਰਹੇ ਹੁੰਦੇ ਹਨ। ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੈਂ ਇੱਕ ਕ੍ਰਮ 'ਚ ਸਾਰਾ ਕੁਝ ਸਿਲਸਿਲੇਵਾਰ ਲਿਖਦਾ ਜਾਵਾਂ ਤਾਂ ਕਿ ਪੜ੍ਹਨ ਵਾਲੇ ਨੂੰ ਸਮਝਣ 'ਚ ਪਰੇਸ਼ਾਨੀ ਨਾ ਹੋਵੇ। ਇੱਕ ਸੰਕੇਤ ਦੇਣਾ ਚਾਹੁੰਦਾ ਹਾਂ ਕਿ ਜਦੋਂ 1999 'ਚ ਮੋਦੀ ਅਮਰੀਕਾ ਗਏ ਸਨ, ਉਦੋਂ ਉਹਨਾਂ ਨਾਲ ਇੱਕ ਹੋਰ ਸੀ ਜੋ ਅੱਗੇ ਜਾ ਕੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਬਣੀ, ਥੇਰੇਸਾ ਮੇ। ਕਿ ਇਹ ਸਿਰਫ ਇਤਫਾਕ ਹੈ ਕਿ ਅਮਰੀਕਾ ਤੋਂ ਟ੍ਰੇਨਿੰਗ ਪ੍ਰਾਪਤ ਇੱਕ ਵਿਦਿਆਰਥੀ ਭਾਰਤ ਦਾ PM ਬਣ ਜਾਂਦਾ ਹੈ ਅਤੇ ਦੂਸਰੀ ਵਿਦਿਆਰਥਣ ਇੰਗਲੈਂਡ ਦੀ PM ਬਣ ਜਾਂਦੀ ਹੈ? ਕੀ ਇਹ ਸਿਰਫ ਇਤਫਾਕ ਹੈ ਕਿ ਜਿਸ ਦਿਨ ਇੰਗਲੈਂਡ ਦੀ PM ਥੇਰੇਸਾ ਮੇ ਭਾਰਤ ਤੋਂ ਵਾਪਸ ਮੁੜਦੀ ਹੈ, ਉਸੇ ਦਿਨ ਸ਼ਾਮ ਨੂੰ 8 ਵਜੇ ਉਹ TV 'ਤੇ ਆ ਕੇ ਨੋਟਬੰਦੀ ਦੀ ਘੋਸ਼ਣਾ ਕਰ ਦਿੰਦੇ ਹਨ? ਇਤਫਾਕ ਹੈ ਨਾ? ਅਤੇ ਕੀ ਇਹ ਵੀ ਇਤਫਾਕ ਹੈ ਕਿ ਨੋਟ ਛਾਪਣ ਦਾ ਕੰਮ ਜਿਸ ਨੂੰ ਦਿੱਤਾ ਗਿਆ, ਉਸੇ ਸ਼ਖਸ ਨੂੰ ਕੰਧਾਰ ਜਹਾਜ਼ ਹਾਈਜੈਕ ਕਾਂਡ ਵਿੱਚ ਉਸੇ ਵੇਲੇ ਵਾਜਪੇਈ ਸਰਕਾਰ ਨੇ ਬਾਕੀ ਯਾਤਰੀਆਂ ਤੋਂ ਪਹਿਲਾਂ ਫਿਰੌਤੀ ਦੇ ਕੇ ਛੁਡਵਾਇਆ ਸੀ? ਅਤੇ ਇਹ ਵੀ ਇਤਫਾਕ ਹੈ ਕਿ ਉਹੀ ਕੰਪਨੀ ਜੋ ਨੋਟ ਛਾਪਦੀ ਹੈ, ਉਸਨੇ ਦਿੱਲੀ ਵਿੱਚ ਆਯੋਜਿਤ ਇੱਕ ਸਮਾਰੋਹ ਨੂੰ ਨੋਟਬੰਦੀ ਤੋਂ ਇੱਕ ਦਿਨ ਪਹਿਲਾਂ ਸਪਾਂਸਰ ਕੀਤਾ ਸੀ, ਜਿਸ ਵਿੱਚ ਇੰਗਲੈਂਡ ਦੀ PM ਅਤੇ ਸਾਡੇ PM ਇਕੱਠੇ ਭਾਸ਼ਣ ਦੇ ਰਹੇ ਸਨ। ਹੁਣ ਇਸ ਸਭ ਤੋਂ ਬਾਅਦ ਰਿਜ਼ਰਵ ਬੈਂਕ ਵਾਲਿਆਂ ਨੂੰ ਜਾਨ ਦਾ ਖਤਰਾ ਹੈ, ਇਸ ਲਈ ਜਵਾਬ ਨਹੀਂ ਦੇ ਸਕਦੇ। ਇਹ ਨਾ ਕਹਿੰਦੇ ਤਾਂ ਹੋਰ ਵਿਚਾਰੇ ਕੀ ਕਹਿ ਸਕਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਇੱਦਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।